हाँ जी दोस्तों, स्वागत है ਤੁਹਾਡਾ ਸਾਰਿਆਂ ਦਾ ਸਟੱਡੀ ਫਾਈਟਰਸ ਦੇ ਵਿੱਚ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਾਂ ਹੁਣ ਥਿਊਰੀਜ਼ ਆਫ ਲਰਨਿੰਗ ਪੜ੍ਹ ਰਹੇ ਹਾਂ। ਪਹਿਲਾਂ ਵਾਲੀ ਵੀਡੀਓਜ਼ ਦੇ ਵਿੱਚ ਅਸੀਂ ਇੱਕ ਥਿਊਰੀ ਕਰ ਚੁੱਕੇ ਹਾਂ ਇਸ ਦੇ ਨਾਲ ਰਿਲੇਟਡ। ਤਾਂ ਜੋ ਸਾਡਾ ਇਹ ਪੂਰਾ ਪੋਰਸ਼ਨ ਹੈ ਜੀ, ਜਿਸ ਦੇ ਵਿੱਚ ਅਸੀਂ ਪੜ੍ਹ ਰਹੇ ਹਾਂ ਸਿੱਖਣ ਦੇ ਉਤੇਜਕ ਅਨੁਕਿਰਿਆ ਦੇ ਸਿਧਾਂਤ। ਇਹਦੇ ਵਿੱਚ ਹੁਣ ਅਸੀਂ ਇੱਕ ਥਿਊਰੀ ਜਿਹੜੀ ਇਹ ਸੀ ਯਤਨ ਅਤੇ ਤਰੱਟੀ ਸਿਧਾਂਤ, ਇਹ ਤਾਂ ਡਿਟੇਲ ਦੇ ਵਿੱਚ ਪਹਿਲਾਂ ਵਾਲੀ ਕਲਾਸ ਦੇ ਵਿੱਚ ਡਿਸਕਸ ਕਰ ਲਿਆ ਸੀ। ਤਾਂ ਅੱਜ ਅਸੀਂ ਅਨੁਕੂਲਤ ਅਨੁਕਿਰਿਆ ਸਿਧਾਂਤ ਯਾਨੀ ਕਿ ਕੰਡੀਸ਼ਨਡ ਰਿਸਪੌਂਸ ਥਿਊਰੀ ਹੈ ਜਿਹੜੀ, ਇਸ ਨੂੰ ਅੱਜ ਡਿਟੇਲ ਦੇ ਵਿੱਚ ਅਸੀਂ ਅੱਜ ਕਰਨਾ ਹੈ। ਤਾਂ ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਆਪਾਂ ਜੋ ਇਹ ਆਪਣੇ ਕੋਲ ਅਨੁਕੂਲਿਤ ਅਨੁਕਿਰਿਆ ਸਿਧਾਂਤ ਹੈ ਯਾਨੀ ਕਿ ਕੰਡੀਸ਼ਨਡ ਰਿਸਪੌਂਸ ਥਿਊਰੀ ਹੈ, ਇਹਦੇ ਵਿੱਚ ਆਪਾਂ ਦੋ ਥਿਊਰੀਜ਼ ਡਿਸਕਸ ਕਰਾਂਗੇ। ਤਾਂ ਮੋਸਟ ਇੰਪੋਰਟੈਂਟ ਥਿਊਰੀਜ਼ ਨੇ, ਇੱਕ ਤਾਂ ਪੈਵਲੋਵ ਦਾ ਸਿਧਾਂਤ ਅਤੇ ਦੂਸਰਾ ਹੈ ਜੀ ਸਕਿਨਰ ਦਾ ਸਿਧਾਂਤ। ਇਹ ਦੋਨੋਂ ਸਿਧਾਂਤ ਨੇ ਜਿਹੜੇ ਅੱਜ ਦੀ ਕਲਾਸ ਵਿੱਚ ਆਪਾਂ ਡਿਸਕਸ ਕਰਾਂਗੇ। ਤਾਂ ਦੇਖੋ ਜੀ, ਜੋ ਕੰਡੀਸ਼ਨਡ ਰਿਸਪੌਂਸ ਥਿਊਰੀ ਹੈ ਇਹਦੇ ਵਿੱਚ ਇਹਨਾਂ ਦਾ ਨਾਮ ਇੰਪੋਰਟੈਂਟ ਹੈ, ਕਿਉਂਕਿ ਦੋਨੋਂ ਇਹ ਕਾਹਦੀ ਗੱਲ ਕਰਦੇ ਨੇ, ਕੰਡੀਸ਼ਨਿੰਗ ਦੀ ਗੱਲ ਕਰਦੇ ਨੇ ਦੋਨੋਂ। ਠੀਕ ਹੈ ਜੀ। ਤਾਂ ਇਹਨਾਂ ਦੇ ਵਿੱਚ ਕੀ ਡਿਫਰੈਂਸ ਕੀ ਹੈ ਉਹ ਆਪਾਂ ਡਿਟੇਲ ਦੇ ਵਿੱਚ ਅੱਗੇ ਡਿਸਕਸ ਕਰਾਂਗੇ। ਤਾਂ ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਦੇ ਹਾਂ ਜੀ ਪੈਵਲੋਵ ਦਾ ਕਲਾਸੀਕਲ ਅਨੁਬੰਧਿਤ ਸਿਧਾਂਤ ਯਾਨੀ ਕਿ ਪੈਵਲੋਵਜ਼ ਕਲਾਸੀਕਲ ਕੰਡੀਸ਼ਨਿੰਗ ਥਿਊਰੀ। ਤਾਂ ਇਹ ਪੈਵਲੋਵ ਨੇ ਦਿੱਤੀ ਸੀ ਅਤੇ ਇਸ ਦੇ ਵਿੱਚ ਇਸ ਨੇ ਕੁੱਤੇ ਦੇ ਉੱਤੇ ਸਿਧਾਂਤ ਕੀਤਾ ਸੀ। ਤਾਂ ਕੁੱਤੇ ਦੀ ਪੂਰੀ ਕਹਾਣੀ ਕੀ ਸੀ ਕਿ ਇਸ ਨੇ ਇੱਕ ਕੁੱਤਾ ਸੀ ਜਿਹੜਾ ਉਸ ਨੂੰ ਬੰਨ੍ਹ ਲਿਆ। ਠੀਕ ਹੈ ਜੀ। ਤਾਂ ਉਸ ਦੇ ਗਲੇ ਦੇ ਵਿੱਚ ਇੱਕ ਪਾਈਪ ਲਗਾਤੀ ਆਪਰੇਸ਼ਨ ਕਰਕੇ। ਉਹ ਪਾਈਪ ਦੇ ਅੱਗੇ ਇੱਕ ਮਤਲਬ ਜਿਵੇਂ ਕੋਈ ਬੋਤਲ ਵਗੈਰਾ ਕੁਛ ਰੱਖਤਾ, ਜਿਹਦੇ ਵਿੱਚ ਉਸ ਦੇ ਗਲੇ ਦੇ ਵਿੱਚ ਜੋ ਲਾਰਾਂ ਆਉਣਗੀਆਂ ਉਹ ਲਾਰਾਂ ਨੇ ਜਿਹੜੀਆਂ ਉਹ ਇੱਕ ਥਾਂ 'ਤੇ ਇਕੱਠੀਆਂ ਹੋ ਜਾਣਗੀਆਂ। ਤਾਂ ਉਸਨੇ ਉਸ ਦਾ ਜਿਹੜਾ ਗਲਾ ਸੀ ਉਸ ਗਲੇ ਤੋਂ ਇੱਕ ਪਾਈਪ ਲਗਾਤੀ। ਠੀਕ ਹੈ ਜੀ। ਉਹਨਾਂ ਲਾਰਾਂ ਨੂੰ ਉਹ ਨਾਪਦਾ ਸੀ। ਠੀਕ ਹੈ ਜੀ। ਤਾਂ ਇਸ ਤਰੀਕੇ ਨਾਲ ਉਸਨੇ ਕੀ ਕੀਤਾ, ਕੁੱਤੇ ਦੇ ਗਲ ਵਿੱਚ ਪਾਈਪ ਲਗਾ ਕੇ ਅਤੇ ਉਸ ਤੋਂ ਬਾਅਦ ਉਹਦੇ ਸਾਹਮਣੇ ਭੋਜਨ ਪੇਸ਼ ਕੀਤਾ। ਠੀਕ ਹੈ ਜੀ। ਉਸ ਦੇ ਸਾਹਮਣੇ ਭੋਜਨ ਕੀਤਾ ਤਾਂ ਜਿਹੜਾ ਭੋਜਨ ਸੀ ਉਸ ਨੂੰ ਦੇਖ ਕੇ ਉਸ 'ਤੇ ਕੁੱਤੇ ਦੇ ਲਾਰਾਂ ਸੀ ਜਿਹੜੀਆਂ ਉਹ ਆਈਆਂ। ਤਾਂ ਜਿਹੜੀਆਂ ਲਾਰਾਂ ਸੀ ਉਹ ਇੱਕ ਥਾਂ 'ਤੇ ਇਕੱਠੀਆਂ ਹੋਈਆਂ ਅਤੇ ਉਹਨਾਂ ਲਾਰਾਂ ਨੂੰ ਕੀ ਕੀਤਾ ਗਿਆ, ਉਸਨੇ ਮਤਲਬ ਦੇਖਿਆ ਵੀ ਕਿੰਨੀਆਂ ਨੇ। ਠੀਕ ਹੈ। ਮਤਲਬ ਉਸ ਤੋਂ ਬਾਅਦ ਕੀ ਕੀਤਾ, ਭੋਜਨ ਦੇ ਨਾਲ ਇੱਕ ਘੰਟੀ ਵਜਾਈ ਗਈ। ਭੋਜਨ ਪਹਿਲਾਂ ਸਿਰਫ ਭੋਜਨ ਦਿੱਤਾ, ਫਿਰ ਭੋਜਨ ਦੇ ਨਾਲ ਘੰਟੀ ਵਜਾਈ ਗਈ। ਤਾਂ ਹੁਣ ਕੀ ਸੀ, ਜਦੋਂ ਉਹ ਭੋਜਨ ਸੀ ਸਾਹਮਣੇ ਅਤੇ ਨਾਲ ਦੀ ਨਾਲ ਘੰਟੀ ਵਜਾਈ ਗਈ ਤਾਂ ਕਿ ਉਹ ਚੀਜ਼ ਕੀ ਹੋ ਜੇ, ਉਸਦੇ ਮਨ ਵਿੱਚ ਫਿੱਟ ਹੋ ਜੇ ਵੀ ਉਹ ਘੰਟੀ ਦੇ ਨਾਲ ਵੀ ਅਨੁਕੂਲਿਤ ਹੋ ਗਿਆ। ਠੀਕ ਹੈ ਜੀ। ਉਸ ਤੋਂ ਬਾਅਦ ਤੀਸਰਾ ਪੁਆਇੰਟ ਕੀ ਕੀਤਾ ਗਿਆ ਕਿ ਸਿਰਫ ਘੰਟੀ ਵਜਾਈ ਗਈ। ਜਦੋਂ ਇਹੀ ਪ੍ਰਕਿਰਿਆ ਕਈ ਦਿਨ ਚੱਲਦੀ ਰਹੀ ਤਾਂ ਸਿਰਫ ਘੰਟੀ ਵਜਾਉਣ 'ਤੇ ਵੀ ਉਸ ਦੀਆਂ ਜਿਹੜੀਆਂ ਲਾਰਾਂ ਸੀ ਉਹ ਆਉਣੀਆਂ ਸ਼ੁਰੂ ਹੋ ਗਈਆਂ। ਤਾਂ ਇਸ ਤਰੀਕੇ ਨਾਲ ਉੱਥੇ ਤੋਂ ਕੀ ਸਿੱਖਣ ਨੂੰ ਮਿਲਿਆ ਸੀ ਆਪਾਂ ਨੂੰ ਕਿ ਜਿਹੜਾ ਕੁੱਤਾ ਹੈ ਉਹ ਅਨੁਕੂਲਿਤ ਹੋ ਗਿਆ। ਠੀਕ ਹੈ ਜੀ। ਉਸ ਦੀ ਕੰਡੀਸ਼ਨਿੰਗ ਹੋ ਗਈ, ਉਸ ਦੇ ਮਾਈਂਡ ਦੀ ਕੰਡੀਸ਼ਨਿੰਗ ਹੋ ਗਈ ਕਾਹਦੇ ਅਕੋਰਡਿੰਗ, ਘੰਟੀ ਦੇ ਅਕੋਰਡਿੰਗ। ਉਹਨੂੰ ਕੀ ਲੱਗ ਰਿਹਾ ਵੀ ਘੰਟੀ ਵੱਜੀ ਹੈ ਇਹਦਾ ਮਤਲਬ ਵੀ ਭੋਜਨ ਵੀ ਆਉਣ ਵਾਲਾ ਹੈ। ਠੀਕ ਹੈ। ਭੋਜਨ ਵੀ ਮਿਲੇਗਾ। ਤਾਂ ਭੋਜਨ ਨੂੰ ਦੇਖ ਕੇ ਉਸ ਦੀਆਂ ਲਾਰਾਂ ਟਪਕਦੀਆਂ ਸੀ। ਇਸੇ ਤਰੀਕੇ ਨਾਲ ਹੁਣ ਘੰਟੀ ਨੂੰ ਸੁਣ ਕੇ ਵੀ ਲਾਰਾਂ ਟਪਕਣ ਲੱਗੀਆਂ। ਤਾਂ ਇਸ ਦੇ ਵਿੱਚ ਕੁਝ ਇੰਪੋਰਟੈਂਟ ਟਰਮਾਂ ਨੇ ਜੀ ਜਿਨ੍ਹਾਂ ਨੂੰ ਸਮਝਣਾ ਆਪਣੇ ਲਈ ਮੋਸਟ ਇੰਪੋਰਟੈਂਟ ਹੈ। ਤਾਂ ਨੰਬਰ 1, ਭੋਜਨ। ਜਿਹੜਾ ਭੋਜਨ ਹੈ ਉਹ ਅਨਅਨੁਕੂਲਿਤ ਉਤੇਜਕ ਹੈ ਜੀ, ਯਾਨੀ ਕਿ ਕਹਿ ਸਕਦੇ ਆਪਾਂ ਕੀ ਇਹ ਅਨਕੰਡੀਸ਼ਨਲ ਸਟਿਮੂਲਸ ਹੈ। ਤਾਂ ਕੰਡੀਸ਼ਨਡ ਸਟਿਮੂਲਸ ਹੈ ਅਤੇ ਇਸ ਦੇ ਵਿੱਚ ਤੋਂ ਬਾਅਦ ਜਿਹੜੀਆਂ ਲਾਰਾਂ ਆਉਣਗੀਆਂ, ਠੀਕ ਹੈ ਜੀ, ਉਹ ਵੀ ਅਨਕੰਡੀਸ਼ਨਡ ਰਿਸਪੌਂਸ ਹੋਣਗੀਆਂ। ਠੀਕ ਹੈ ਜੀ। ਇਹ ਅਨਕੰਡੀਸ਼ਨਡ ਹੈ। ਤਾਂ ਜਿਹੜੀਆਂ ਲਾਰਾਂ ਨੇ, ਦੇਖੋ ਇੱਥੇ ਇੱਕ ਗੱਲ ਧਿਆਨ 'ਚ ਰੱਖੋ, ਜਿਹੜੀ ਲਾਰ ਸੀ ਉਹ ਅਨੁਕਿਰਿਆ ਹੈ ਯਾਨੀ ਕਿ ਰਿਸਪੌਂਸ ਹੈ। ਲਾਰ ਹੈ ਜਿਹੜੀ ਉਹ ਕੀ ਹੈ, ਰਿਸਪੌਂਸ ਹੈ। ਅਤੇ ਇਸ ਤੋਂ ਬਿਨਾਂ ਘੰਟੀ ਅਤੇ ਭੋਜਨ ਕੀ ਨੇ, ਉਹ ਹੋਣੀ ਜੀ ਸਟਿਮੂਲਸ। ਠੀਕ ਹੈ ਜੀ। ਤਾਂ ਉਹ ਉਤੇਜਨਾ ਪੈਦਾ ਕਰ ਰਹੇ ਨੇ, ਘੰਟੀ ਹੋਵੇ ਚਾਹੇ ਭੋਜਨ ਹੋਵੇ। ਜਿਹੜੀ ਲਾਰ ਹੈ ਉਹ ਰਿਸਪੌਂਸ ਹੈ, ਮਤਲਬ ਕਿ ਬਾਅਦ ਵਿੱਚ ਆਈ ਹੈ। ਠੀਕ ਹੈ ਜੀ। ਤਾਂ ਇਹਨੂੰ ਆਪਾਂ ਅੱਗੇ ਵੀ ਡਿਟੇਲ ਦੇ ਵਿੱਚ ਸਮਝਾਂਗੇ। ਠੀਕ ਹੈ ਜੀ। ਤਾਂ ਇੰਨਾ ਕੁ ਧਿਆਨ ਦੇ ਵਿੱਚ ਰੱਖੋ, ਜਦੋਂ ਇਹ ਭੋਜਨ ਹੈ ਜਿਹੜਾ, ਠੀਕ ਹੈ, ਭੋਜਨ ਕੀ ਹੋ ਗਿਆ, ਅਨਅਨੁਕੂਲਿਤ ਉਤੇਜਕ ਹੋ ਗਿਆ ਤਾਂ ਅਨੁਕਿਰਿਆ ਜਿਹੜੀ ਉਹ ਵੀ ਅਨਅਨੁਕੂਲਿਤ ਹੀ ਹੋਏਗੀ। ਠੀਕ ਹੈ ਜੀ। ਇਹ ਚੀਜ਼ ਨੂੰ ਧਿਆਨ 'ਚ ਰੱਖਿਓ। ਅਤੇ ਉਸ ਤੋਂ ਬਾਅਦ ਜਿਹੜੀ ਘੰਟੀ ਹੈ ਇਹ ਆਰਟੀਫਿਸ਼ੀਅਲ ਸਟਿਮੂਲਸ ਹੈ। ਠੀਕ ਹੈ। ਤਾਂ ਇਹ ਕੰਡੀਸ਼ਨਡ ਸਟਿਮੂਲਸ ਹੋਏਗੀ ਅਤੇ ਇਸ ਦੇ ਨਾਲ ਜਿਹੜੀਆਂ ਲਾਰਸ ਆਉਣਗੀਆਂ, ਠੀਕ ਹੈ ਜੀ, ਉਹ ਵੀ ਕੀ ਹੋਣਗੀਆਂ ਆਪਣੇ ਕੋਲ ਕੰਡੀਸ਼ਨਡ ਰਿਸਪੌਂਸ ਹੀ ਹੋਣਗੀਆਂ। ਹੁਣ ਅੱਗੇ ਇੱਕ ਡਾਇਗਰਾਮ ਹੈ, ਇਹਨੂੰ ਸਮਝਿਓ ਤੁਸੀਂ। ਠੀਕ ਹੈ। ਇਹਦੇ ਵਿੱਚੋਂ ਕਲੀਅਰ ਹੋਊਗਾ ਤੁਹਾਨੂੰ ਇਹ ਪੂਰੇ ਸਿਸਟਮ ਦੇ ਵਿੱਚੋਂ। ਦੇਖੋ ਜੀ, ਤਾਂ ਜਦੋਂ ਕੁੱਤਾ ਸੀ ਉਸ ਦੇ ਸਾਹਮਣੇ ਭੋਜਨ ਆਇਆ। ਠੀਕ ਹੈ ਜੀ। ਤਾਂ ਭੋਜਨ ਨੂੰ ਦੇਖ ਕੇ ਉਹ ਕੀ ਹੋਇਆ, ਉਸਨੇ ਕੁਝ ਰਿਸਪੌਂਸ ਦਿੱਤਾ। ਤਾਂ ਦੇਖੋ ਜੀ, ਜਿਹੜਾ ਭੋਜਨ ਹੈ ਇਹਦੇ ਬਾਰੇ ਇੱਕ ਚੀਜ਼ ਯਾਦ ਰੱਖੋ ਤੁਸੀਂ ਕੀ ਹੈ, ਇਹ ਅਨਕੰਡੀਸ਼ਨਡ ਸਟਿਮੂਲਸ ਹੈ।
ਤੇ ਭੋਜਨ ਨੂੰ ਦੇਖ ਕੇ ਲਾਰਾਂ ਆਈਆਂ। ਪਹਿਲਾਂ ਤਾਂ ਦੇਖੋ ਇਹਨੂੰ ਆਪਾਂ ਸਿੰਪਲੀ ਸਮਝਦੇ ਹਾਂ। ਪਹਿਲਾਂ ਕੀ ਸੀ, ਭੋਜਨ ਨੂੰ ਦੇਖਿਆ ਲਾਰਾਂ ਆਈਆਂ, ਫਿਰ ਭੋਜਨ ਨੂੰ ਤੇ ਘੰਟੀ ਨੂੰ ਸੁਣਿਆ ਲਾਰਾਂ ਆਈਆਂ, ਫਿਰ ਘੰਟੀ ਨੂੰ ਸੁਣ ਕੇ ਵੀ ਲਾਰਾਂ ਆਈਆਂ। ਠੀਕ ਹੈ, ਤਾਂ ਇਸ ਤਰੀਕੇ ਨਾਲ ਉਸ ਦੇ ਵਿੱਚ ਅਨੁਕੂਲਣ ਦੀ ਜਿਹੜੀ ਕਿਰਿਆ ਹੋ ਰਹੀ ਹੈ। ਤਾਂ ਇੱਥੇ ਕੁਝ ਇੰਪੋਰਟੈਂਟ ਪੁਆਇੰਟ ਨੇ, ਜਿਵੇਂ ਕਿ ਅਨਕੰਡੀਸ਼ਨਡ ਸਟਿਮੂਲਸ ਹੈ ਜਿਹੜਾ, ਇਹਦੇ ਨਾਲ ਜਿਹੜੀਆਂ ਲਾਰਾਂ ਨੇ ਉਹ ਵੀ ਅਨਕੰਡੀਸ਼ਨਡ ਰਿਸਪੌਂਸ ਹੀ ਹੈ। ਠੀਕ ਹੈ ਜੀ, ਤੇ ਜਿਹੜਾ ਭੋਜਨ ਹੈ ਇਹ ਤਾਂ ਅਨਕੰਡੀਸ਼ਨਡ ਹੈ, ਪਰ ਜਿਹੜੀ ਘੰਟੀ ਹੈ ਇਹ ਆਰਟੀਫਿਸ਼ੀਅਲ ਚੀਜ਼ ਹੈ। ਠੀਕ ਹੈ ਜੀ, ਤਾਂ ਇਹ ਕੀ ਹੈ, ਕੰਡੀਸ਼ਨਡ ਸਟਿਮੂਲਸ ਹੈ, ਤੇ ਇਸ ਦੇ ਸਥਿਤੀ ਦੇ ਵਿੱਚ ਜਿਹੜੀਆਂ ਲਾਰਾਂ ਆਉਣਗੀਆਂ ਉਹ ਵੀ ਕੀ ਹੋਣਗੀਆਂ, ਅਨਕੰਡੀਸ਼ਨਡ ਰਿਸਪੌਂਸ ਹੀ ਹੋਣਗੀਆਂ। ਤੇ ਉਸ ਤੋਂ ਬਾਅਦ ਤੀਸਰਾ ਪੁਆਇੰਟ ਜਿਹੜਾ ਆਪਣੇ ਕੋਲ ਬਣੇਗਾ, ਇਹਦੇ ਵਿੱਚ ਕੀ ਹੈ, ਸਿਰਫ ਘੰਟੀ ਹੈ, ਤਾਂ ਘੰਟੀ ਕੀ ਹੈ, ਇਹ ਕੰਡੀਸ਼ਨਡ ਸਟਿਮੂਲਸ ਹੈ। ਠੀਕ ਹੈ ਜੀ, ਤਾਂ ਇਸ ਤਰੀਕੇ ਨਾਲ ਜਿਹੜੀਆਂ ਲਾਰਾਂ ਆਉਣਗੀਆਂ ਉਹ ਵੀ ਕੀ ਹੋਣਗੀਆਂ, ਕੰਡੀਸ਼ਨਡ ਰਿਸਪੌਂਸ ਹੋਣਗੀਆਂ। ਬਸ ਇੱਕ ਚੀਜ਼ ਨੂੰ ਯਾਦ ਰੱਖੋ, ਭੋਜਨ ਤੇ ਘੰਟੀ ਨੇ ਜਿਹੜੇ ਉਹ ਸਟਿਮੂਲਸ ਨੇ, ਤੇ ਜਿਹੜੀਆਂ ਲਾਰਾਂ ਨੇ ਉਹ ਰਿਸਪੌਂਸ ਨੇ। ਬਸ ਇਹਨਾਂ ਦੀ ਕੰਡੀਸ਼ਨ ਕੀ ਹੈ ਵੀ ਜਦੋਂ ਆਪਣੇ ਕੋਲ ਜਿਹੜਾ ਸਟਿਮੂਲਸ ਹੈ ਉਹ ਅਨਕੰਡੀਸ਼ਨਡ ਹੈ, ਤਾਂ ਲਾਰਾਂ ਨੇ ਜਿਹੜੀਆਂ ਇਹ ਵੀ ਅਨਕੰਡੀਸ਼ਨਡ ਹੋਣਗੀਆਂ। ਇੱਥੇ ਵੀ ਅਨਕੰਡੀਸ਼ਨਡ ਸਟਿਮੂਲਸ ਸੀ, ਤਾਂ ਜਿਹੜੀਆਂ ਲਾਰਾਂ ਨੇ ਉਹ ਵੀ ਅਨਕੰਡੀਸ਼ਨਡ ਰਿਸਪੌਂਸ ਹੋਣਗੀਆਂ। ਜਦੋਂ ਇਹ ਕੰਡੀਸ਼ਨਡ ਹੈ ਤਾਂ ਇਹ ਵੀ ਕੰਡੀਸ਼ਨਡ ਹੋਏਗਾ। ਠੀਕ ਹੈ ਜੀ, ਤਾਂ ਸਿੰਪਲ ਚੀਜ਼ ਇੱਥੇ ਇਹ ਸੀ। ਤਾਂ ਹੁਣ ਇਸ ਥਿਊਰੀ ਦੇ ਵਿੱਚ ਆਪਾਂ ਨੇ ਕੀ ਸਮਝਿਆ ਕਿ ਜਿਹੜਾ ਕੁੱਤਾ ਸੀ, ਠੀਕ ਹੈ, ਉਸ ਦੇ ਸਾਹਮਣੇ ਪਹਿਲਾਂ ਸਟਿਮੂਲਸ ਆਇਆ, ਮਤਲਬ ਉਤੇਜਕ ਆਇਆ, ਭੋਜਨ ਉਹਨੇ ਦੇਖਿਆ, ਜਾਂ ਕਹਿ ਲਓ ਪਹਿਲਾਂ ਘੰਟੀ ਸੁਣੀ, ਤਾਂ ਪਹਿਲਾਂ ਸਟਿਮੂਲਸ ਹੋਇਆ ਫਿਰ ਉਹ ਰਿਸਪੌਂਸ ਵੱਲ ਗਿਆ। ਬਸ ਇਹ ਡਿਫਰੈਂਸ ਹੋਏਗਾ ਇਹਨਾਂ ਦੋਨਾਂ ਦੀ ਥਿਊਰੀ ਦੇ ਵਿੱਚ। ਠੀਕ ਹੈ ਜੀ, ਪਹਿਲਾਂ ਸਟਿਮੂਲਸ ਆਇਆ ਫਿਰ ਉਹਨੇ ਰਿਸਪੌਂਸ ਕੀਤਾ, ਪਹਿਲਾਂ ਉਤੇਜਨਾ ਆਈ ਉਸ ਦੇ ਵਿੱਚ ਵੀ, ਮਤਲਬ ਉਹ ਭੁੱਖਾ ਸੀ ਨਾ, ਭੁੱਖਾ ਸੀ ਮਤਲਬ ਪ੍ਰੇਰਨਾ ਦਾ ਕੰਮ ਕਰ ਰਹੀ ਸੀ, ਭੁੱਖ ਸੀ ਜਿਹੜੀ, ਮਤਲਬ ਕਿ ਜਦੋਂ ਭੋਜਨ ਸਾਹਮਣੇ ਆਇਆ ਉਹਨੇ ਦੇਖਿਆ ਅੱਛਾ ਵੀ ਮੈਨੂੰ ਭੋਜਨ ਮਿਲੂਗਾ, ਤਾਂ ਉਹ ਕੀ ਹੋ ਗਿਆ, ਉਤੇਜਿਤ ਹੋ ਗਿਆ। ਤਾਂ ਉਤੇਜਿਤ ਹੋਣ ਤੋਂ ਬਾਅਦ ਉਹ ਉਹਨੂੰ ਕਿਰਿਆ ਕਰ ਰਿਹਾ, ਇਹਦਾ ਮਤਲਬ ਉਸ ਤੋਂ ਬਾਅਦ ਰਿਸਪੌਂਸ ਦੇ ਵਿੱਚ ਆਏ ਹੈ। ਤਾਂ ਇਹ ਇੱਕ ਇੰਪੋਰਟੈਂਟ ਚੀਜ਼ ਸੀ, ਇਹ ਧਿਆਨ ਦੇ ਜ਼ਰੂਰ ਰੱਖਿਓ। ਤੇ ਇਸ ਸਿਧਾਂਤ ਦੀਆਂ ਕੁਝ ਕਾਰਕ ਨੇ, ਇਸ ਸਿਧਾਂਤ ਦੇ ਜਿਹੜੇ ਕਾਰਕ ਨੇ ਇਹਨਾਂ ਦੇ 'ਚੋਂ ਸਵਾਲ ਪੁੱਛਿਆ ਜਾ ਚੁੱਕਿਆ ਜੀ। ਤਾਂ ਇੰਪੋਰਟੈਂਟ ਚੀਜ਼ ਹੈ ਇਹ। ਦੇਖੋ ਜੀ, ਜਿਹੜਾ ਇਹ ਪੂਰਾ ਇਹਨੇ ਸਿਧਾਂਤ ਕੀਤਾ, ਪੂਰਾ ਐਕਸਪੈਰੀਮੈਂਟ ਕੀਤਾ, ਉਸ ਦੇ ਵਿੱਚ ਮੇਨ ਗੱਲ ਕੀ ਸੀ ਕਿ ਪ੍ਰੇਰਨਾ ਹੋਣੀ ਜ਼ਰੂਰੀ ਹੈ। ਮੰਨ ਕੇ ਚੱਲੋ ਕੁੱਤਾ ਭੁੱਖਾ ਹੀ ਨਹੀਂ ਹੈਗਾ, ਤਾਂ ਭੋਜਨ ਨੂੰ ਦੇਖ ਕੇ, ਘੰਟੀ ਨੂੰ ਸੁਣ ਕੇ ਉਸ ਦੀਆਂ ਲਾਰਾਂ ਆਉਣਗੀਆਂ ਨਹੀਂ, ਕਿਉਂਕਿ ਉਹ ਭੁੱਖਾ ਨਹੀਂ, ਪਹਿਲਾਂ ਹੀ ਰੱਜਿਆ ਪਿਆ ਹੈ। ਠੀਕ ਹੈ ਜੀ, ਤਾਂ ਇਸ ਕਰਕੇ ਜਿਹੜੀ ਭੁੱਖ ਹੈ ਉਹ ਮੋਟੀਵੇਸ਼ਨ ਦਾ, ਯਾਨੀ ਕਿ ਪ੍ਰੇਰਨਾ ਦਾ ਕੰਮ ਕਰ ਰਹੀ ਹੈ, ਤਾਂ ਹੀ ਇਹ ਜਿਹੜਾ ਪ੍ਰਯੋਗ ਹੈ ਉਹ ਭੁੱਖੇ ਕੁੱਤੇ ਦੇ ਉੱਤੇ ਕੀਤਾ ਗਿਆ ਹੈ। ਤੇ ਇਸ ਤੋਂ ਬਾਅਦ ਨੰਬਰ 2, ਦੁਹਰਾਈ, ਰਿਪੀਟੇਸ਼ਨ। ਤਾਂ ਦੇਖੋ ਜਦੋਂ ਉਸ ਨੂੰ ਭੋਜਨ ਮਿਲਦਾ, ਡੇਲੀ ਕੋਈ ਨਾ ਕੋਈ ਆਵਾਜ਼ ਤਾਂ ਆਉਂਦੀ ਹੋਏਗੀ, ਪਰ ਜਿਹੜੀ ਚੀਜ਼ ਰਿਪੀਟ ਕੀਤੀ ਗਈ, ਘੰਟੀ ਨੂੰ ਵਾਰ-ਵਾਰ ਰਿਪੀਟ ਕੀਤਾ ਗਿਆ, ਤਾਂ ਕਿ ਉਹ ਉਸ ਦੇ ਨਾਲ ਕੀ ਹੋ ਜਾਏ, ਉਸ ਦੇ ਮਾਈਂਡ ਦੀ ਕੰਡੀਸ਼ਨਿੰਗ ਹੋ ਜਾਏ। ਠੀਕ ਹੈ, ਵੀ ਕੰਡੀਸ਼ਨਿੰਗ ਹੋਏਗੀ ਵੀ ਜਦੋਂ ਘੰਟੀ ਵੱਜੀ ਆ ਉਦੋਂ ਹੀ ਭੋਜਨ ਆਇਆ, ਮਤਲਬ ਕਿ ਉਹ ਪਹਿਚਾਨਣ ਲੱਗ ਜੇ। ਤਾਂ ਪਹਿਚਾਨੂਗਾ ਕਦੋਂ, ਜਦੋਂ ਕੋਈ ਵੀ ਚੀਜ਼ ਰਿਪੀਟ ਕੀਤੀ ਜਾਊਗੀ। ਇਹ ਨਹੀਂ ਹੈਗਾ ਵੀ ਇੱਕ ਵਾਰ ਘੰਟੀ ਵੱਜੀ ਤੇ ਉਹਦੀ ਕੰਡੀਸ਼ਨਿੰਗ ਹੋ ਗਈ ਮਾਈਂਡ ਦੀ, ਤਾਂ ਇੱਦਾਂ ਨਹੀਂ ਹੋਈ, ਬਲਕਿ ਉਹ ਰਿਪੀਟ ਕੀਤੀ ਗਈ ਹੈ ਚੀਜ਼। ਠੀਕ ਹੈ, ਵਾਰ-ਵਾਰ ਹੋਈ ਹੈ ਉਹ ਕਿਰਿਆ, ਦੁਹਰਾਈ ਕੀਤੀ ਗਈ ਹੈ, ਫਿਰ ਉਹ ਕੰਡੀਸ਼ਨਿੰਗ ਹੋਈ ਹੈ। ਇਸ ਤੋਂ ਬਿਨਾਂ ਟਾਈਮ ਇੰਟਰਵਲ, ਮਤਲਬ ਕਿ ਸਮੇਂ ਦੀ ਅਵਧੀ। ਇੱਥੇ ਇੱਕ ਚੀਜ਼ ਖਾਸ ਧਿਆਨ ਦੇਣ ਵਾਲੀ ਹੈ ਕਿ ਦੇਖੋ ਜਦੋਂ ਭੋਜਨ ਮਿਲਿਆ ਉਸ ਦੇ ਨਾਲ ਹੀ ਘੰਟੀ ਵੱਜੀ, ਜੇ ਇਹ ਹੁੰਦਾ ਵੀ ਭੋਜਨ ਦੇਤਾ ਉਸ ਤੋਂ ਬਾਅਦ ਅੱਧੇ ਘੰਟੇ ਬਾਅਦ ਘੰਟੀ ਵਜਾਤੀ, ਇਹ ਘੰਟੀਆਂ ਦੇ ਉਹਦੇ ਨਾਲ ਕੋਈ ਮਤਲਬ ਕੀ ਕਹਿ ਸਕਦੇ, ਉਹਦੀ ਸੈਂਸ ਹੀ ਨਹੀਂ ਜੁੜੀ। ਤਾਂ ਸੈਂਸ ਕਦੋਂ ਜੁੜੂਗੀ, ਜਦੋਂ ਇੱਕਦਮ ਸਮੇਂ ਜਿਹੜੀ ਅਵਧੀ ਹੈ ਇਹਦਾ ਧਿਆਨ ਰੱਖਣਾ ਪਊਗਾ, ਮਤਲਬ ਕਿ ਜਿਹੜਾ ਟਾਈਮ ਇੰਟਰਵਲ ਹੈ ਉਹ ਦੇਖਣਾ ਪਊਗਾ ਵੀ ਹੁਣੇ ਭੋਜਨ ਮਿਲਿਆ ਸੀ, ਹੁਣੇ ਘੰਟੀ ਵਜਾਣੀ ਹੈ। ਇਹ ਵੀ ਨਹੀਂ ਹੈਗਾ ਵੀ ਘੰਟੀ ਪਹਿਲਾਂ ਵਜਾਤੀ, ਭੋਜਨ ਦਿੱਤੇ ਹੀ ਨਹੀਂ ਕਾਫੀ ਟਾਈਮ। ਠੀਕ ਹੈ, ਉਹ ਵੀ ਇੱਕ ਅਲੱਗ ਚੀਜ਼ ਹੋ ਜੂਗੀ, ਉਹ ਆਪਾਂ ਅੱਗੇ ਡਿਸਕਸ ਕਰਾਂਗੇ। ਠੀਕ ਹੈ ਜੀ, ਇਸ ਤੋਂ ਬਿਨਾਂ ਉਤੇਜਕ ਸਮਾਨੀਕਰਨ ਜਾਂ ਸਧਾਰਨੀਕਰਨ ਕਹਿ ਦਿੰਦੇ ਇਹਨੂੰ, ਜਨਰਲਾਈਜੇਸ਼ਨ ਕਹਿ ਦਿੰਦੇ ਆ। ਇਹਦਾ ਮਤਲਬ ਇਹ ਹੈ ਕਿ ਉਹ ਭੋਜਨ ਤੇ ਘੰਟੀ ਦੋਨਾਂ ਨੂੰ ਇੱਕ ਸਮਾਨ ਸਮਝਣ ਲੱਗ ਗਿਆ। ਸਿੰਪਲ ਗੱਲ ਕਹੇ ਵੀ ਉਹਨੇ ਕੀ ਕਰਤਾ, ਉਹਨਾਂ ਨੂੰ ਜਨਰਲਾਈਜ਼ ਕਰ ਲਿਆ। ਉਹਨੇ ਸੋਚਿਆ ਵੀ ਚਲੋ ਭੋਜਨ ਵੀ, ਮਤਲਬ ਘੰਟੀ ਵੱਜੀ ਹੈ ਵੀ ਭੋਜਨ ਵੀ ਆਉਣ ਵਾਲਾ ਹੈ, ਤਾਂ ਇਹਦੇ ਅੰਦਰ ਉਤੇਜਨਾ ਜਿਹੜੀ ਉਸਦਾ ਕੀ ਹੋ ਗਿਆ, ਸਮਾਨੀਕਰਨ ਹੋ ਗਿਆ। ਠੀਕ ਹੈ, ਮਤਲਬ ਉਹ ਦੋਨੇ ਚੀਜ਼ਾਂ ਨੂੰ ਸਮਾਨ ਸਮਝਣ ਲੱਗ ਗਿਆ, ਉਹਨਾਂ ਦੇ ਵਿੱਚ ਮਤਲਬ ਮਿਕਸ ਕਰ ਲਿਆ ਉਹਨੇ। ਠੀਕ ਹੈ, ਜਨਰਲ ਬਣਾ ਲਿਆ ਉਹਨਾਂ ਨੂੰ। ਨੈਕਸਟ ਹੈ ਵਖਰੇਵੇਂ ਦਾ ਨਿਯਮ, ਇਹਨੂੰ ਵਿਤਕਰਾ ਵੀ ਕਹਿ ਦਿੰਦੇ ਆਪਾਂ, ਡਿਸਕ੍ਰਿਮੀਨੇਸ਼ਨ ਜਾਂ ਫਿਰ ਡਿਫਰੈਂਸ਼ੀਏਸ਼ਨ ਇਸ ਨੂੰ ਅਸੀਂ ਆਖ ਦਿੰਦੇ ਹਾਂ। ਇਹਦਾ ਮੀਨਿੰਗ ਇਹ ਹੈ ਕਿ ਦੇਖੋ ਵਾਰ-ਵਾਰ ਘੰਟੀ ਵਜਾ ਕੇ ਤੇ ਭੋਜਨ ਸਾਹਮਣੇ ਪੇਸ਼ ਕਰਕੇ ਕੰਡੀਸ਼ਨਿੰਗ ਕੀਤੀ ਗਈ ਉਸ ਦੇ ਮਾਈਂਡ ਦੀ। ਠੀਕ ਹੈ, ਉਸ ਦੇ ਮਾਈਂਡ ਦੀ ਕੰਡੀਸ਼ਨਿੰਗ ਹੋਈ, ਤਾਂ ਕੰਡੀਸ਼ਨਿੰਗ ਹੋਈ ਜਿਹੜੀ ਉਹ ਸਿਰਫ ਘੰਟੀ ਦੇ ਨਾਲ ਹੋਈ ਹੈ। ਜੇ ਘੰਟੀ ਦੀ ਥਾਂ 'ਤੇ ਕੋਈ ਹੋਰ ਆਵਾਜ਼ ਆਵੇ ਤਾਂ ਉਹ ਵਖਰੇਵਾਂ ਕਰ ਲੂਗਾ ਆਵਾਜ਼ਾਂ ਦਾ, ਵੀ ਇਹ ਤਾਂ ਅਲੱਗ ਆਵਾਜ਼ ਹੈ, ਵੀ ਘੰਟੀ ਵਾਲੀ ਨਹੀਂ ਹੈਗੀ। ਤਾਂ ਸਿਰਫ ਘੰਟੀ ਦੀ ਆਵਾਜ਼ ਸੁਣ ਕੇ ਹੀ ਉਸ ਦੇ ਮਾਈਂਡ ਦੀ ਕੰਡੀਸ਼ਨਿੰਗ ਘੰਟੀ ਦੇ ਨਾਲ ਹੋਈ ਹੈ, ਤਾਂ ਉਹ ਘੰਟੀ ਦੀ ਆਵਾਜ਼ ਨੂੰ ਪਰਖ ਸਕਦਾ ਹੈ।
ਉਸ ਦਾ ਉਹਨੂੰ ਡਿਫਰੈਂਸ ਪਤਾ ਹੈ ਵੀ ਇਹ ਅਲੱਗ ਆਵਾਜ਼ ਹੈ, ਇਹ ਘੰਟੀ ਦੀ ਆਵਾਜ਼ ਹੈ। ਤਾਂ ਇਸ ਤਰੀਕੇ ਨਾਲ ਇੱਕ ਕੁਐਸਚਨ ਕੀ ਬਣਿਆ ਸੀ ਕਿ ਉਸ ਨੂੰ ਇੱਕ ਘੰਟੀ ਵਜਾਉਣ ਤੋਂ ਬਾਅਦ ਹੀ ਭੋਜਨ ਦਿੱਤਾ ਗਿਆ, ਮਤਲਬ ਘੰਟੀ ਦੇ ਨਾਲ ਕੰਡੀਸ਼ਨਿੰਗ ਹੋਈ। ਅਤੇ ਜੇਕਰ ਘੰਟੀ ਥਾਂ 'ਤੇ ਮੰਨ ਕੇ ਚਲੋ ਰੌਲਾ ਰੱਪਾ ਪੈ ਰਹੇਗਾ ਤਾਂ ਉਸ ਦੇ ਦਿਮਾਗ ਦੀ ਰੌਲੇ ਰੱਪੇ ਨਾਲ ਕੋਈ ਕੰਡੀਸ਼ਨਿੰਗ ਨਹੀਂ, ਰੌਲੇ ਨੂੰ ਦੇਖ ਕੇ ਵੈਸੇ ਕੋਈ ਹੋਰ ਸ਼ੋਰ ਸ਼ਰਾਬਾ ਕੀਤਾ ਗਿਆ ਤਾਂ ਉਹਦੇ ਨਾਲ ਉਸ ਦੀਆਂ ਲਾਰਾਂ ਨੇ ਜਿਹੜੀਆਂ ਉਹ ਨਹੀਂ ਆਉਣਗੀਆਂ, ਸਿਰਫ ਘੰਟੀ ਦੇ ਨਾਲ ਹੀ ਆਉਣਗੀਆਂ। ਤਾਂ ਇਹ ਡਿਫਰੈਂਸ਼ੀਏਸ਼ਨ ਦਾ ਨਿਯਮ ਹੈ, ਯਾਨੀ ਕਿ ਡਿਸਕ੍ਰਿਮੀਨੇਸ਼ਨ ਇਹਨੂੰ ਆਪਾਂ ਕਹਾਂਗੇ। ਬਾਹਰਲਾ ਅਵਰੋਧ, ਇਹਦਾ ਮੀਨਿੰਗ ਇਹ ਹੈ ਕਿ ਬਾਹਰੋਂ ਮਤਲਬ ਉਸ ਨੂੰ ਭੋਜਨ ਮਿਲ ਰਿਹਾ ਹੈ ਨਾ, ਵੀ ਉਹਨੂੰ ਲੱਗਿਆ ਵੀ ਭੋਜਨ ਮਿਲੂਗਾ, ਇੱਦਾਂ ਹੋਊਗਾ, ਤਾਂ ਉਹ ਬਾਹਰੀ ਚੀਜ਼ਾਂ ਨਾਲ ਜੁੜ ਗਿਆ। ਠੀਕ ਹੈ, ਅੰਦਰੂਨੀ ਪ੍ਰੇਰਨਾ ਤਾਂ ਹੈਗੀ ਸੀ, ਭੁੱਖ ਹੈ ਜਿਹੜੀ ਅੰਦਰੂਨੀ ਪ੍ਰੇਰਨਾ ਹੈ, ਬਟ ਉਹਨੂੰ ਬਾਹਰੋਂ ਵੀ ਲੱਗ ਰਿਹਾ ਵੀ ਅੱਛਾ ਭੋਜਨ ਆਊਗਾ, ਹੁਣ ਘੰਟੀ ਸੁਣੂਗੀ। ਤਾਂ ਇਸ ਤਰ੍ਹਾਂ ਬਾਹਰੀ ਚੀਜ਼ਾਂ ਦਾ ਵੀ ਉਸ ਦੇ 'ਚ ਇੰਪੋਰਟੈਂਸ ਹੈਗੀ ਹੈ। ਵਿਲੋਪ ਯਾਨੀ ਕਿ ਐਕਸਟੈਂਸ਼ਨ, ਇਹਦਾ ਮੀਨਿੰਗ ਇਹ ਹੈ ਕਿ ਜੇਕਰ ਕੀ ਕੀਤਾ ਗਿਆ, ਘੰਟੀ ਵਜਾਈ ਭੋਜਨ ਨਾ ਮਿਲਿਆ, ਪਹਿਲੇ ਦਿਨ ਹੋ ਸਕਦਾ ਲਾਰਾਂ ਆ ਜਾਣ, ਦੂਸਰੇ ਦਿਨ ਵੀ ਘੰਟੀ ਵਜਾਈ ਭੋਜਨ ਨਾ ਮਿਲਿਆ, ਲਾਰਾਂ ਆ ਜਾਣ। ਪਰ ਜੇਕਰ ਇਸੇ ਤਰ੍ਹਾਂ ਹੁੰਦਾ ਰਿਹਾ ਵੀ ਘੰਟੀ ਤਾਂ ਵੱਜ ਰਹੀ ਹੈ, ਉਹੀ ਘੰਟੀ ਜਿਹਦੇ ਨਾਲ ਕੰਡੀਸ਼ਨਿੰਗ ਹੋਈ ਹੈ ਵੀ ਉਹ ਆਵਾਜ਼ ਵੀ ਪਹਿਚਾਣ ਰਹੇ ਵੀ ਅੱਛਾ ਆਵਾਜ਼ ਉਹੀ ਹੈ, ਤਾਂ ਜੇਕਰ ਉਸ ਨੂੰ ਭੋਜਨ ਨਾ ਦਿੱਤਾ ਗਿਆ ਤਾਂ ਉਹ ਕੀ ਹੋ ਜੂਗੀ, ਅਲੋਪ ਹੋ ਜੂਗੀ ਚੀਜ਼। ਮਤਲਬ ਲੋਪ ਕਹਿ ਲਓ, ਵਿਲੋਪ ਕਹਿ ਲਓ, ਹੈ ਨਾ, ਖਤਮ ਕਹਿ ਲਓ, ਅਲੋਪ ਹੋ ਜੂਗੀ, ਖਤਮ ਹੋਣ ਲੱਗ ਜੂਗੀ। ਉਹਦੀ ਮਾਈਂਡ ਜਿਹੜੀ ਕੰਡੀਸ਼ਨਿੰਗ ਹੈ ਉਹ ਖਤਮ ਹੋਣ ਲੱਗ ਜੂਗੀ ਜੇਕਰ ਵੀ ਇਕੱਲੀ ਘੰਟੀ ਵਜਾਈ ਆ ਰਹੀ ਹੈ, ਭੋਜਨ ਦਿੱਤਾ ਨਹੀਂ ਜਾ ਰਿਹਾ। ਇੱਕ ਦੋ ਵਾਰ ਤਾਂ ਭੁਲੇਖਾ ਪੈ ਸਕਦਾ ਉਸ ਨੂੰ, ਪਰ ਹਰ ਵਾਰ ਜੇਕਰ ਉਹ ਚੀਜ਼ ਨੂੰ ਵਾਰੀ ਨਾ ਦਿੱਤਾ ਗਿਆ, ਉਸ ਨੂੰ ਮਤਲਬ ਭੋਜਨ ਨਾ ਮਿਲਿਆ, ਠੀਕ ਹੈ, ਕਹਿ ਸਕਦੇ ਹਾਂ ਕੰਡੀਸ਼ਨਿੰਗ ਹੈ ਜਿਹੜੀ ਉਹ ਖਤਮ ਹੋ ਜੂਗੀ। ਤਾਂ ਇਸ ਤਰੀਕੇ ਨਾਲ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਕਿ ਇਹ ਇੱਕ ਇੰਪੋਰਟੈਂਟ ਚੀਜ਼ਾਂ ਨਹੀਂ। ਇਹਨਾਂ ਦੇ ਵਿੱਚੋਂ ਸਵਾਲ ਪਹਿਲਾਂ ਪੁੱਛਿਆ ਜਾ ਚੁੱਕਿਆ ਜੀ, ਠੀਕ ਹੈ, ਇਹ ਚੀਜ਼ਾਂ ਨੂੰ ਵੀ ਆਪਾਂ ਅੱਗੇ ਸਵਾਲ ਜਿਹੜਾ ਉਹ ਵੀ ਦੇਖਾਂਗੇ। ਤਾਂ ਅਨੁਕੂਲਨ ਸਿੱਖਣ ਦਾ ਮੁਲਾਂਕਣ, ਇਸ ਦੇ ਲਾਭ ਕਿਹੜੇ ਕਿਹੜੇ ਨੇ। ਨੰਬਰ 1, ਇਸ ਦੇ ਨਾਲ ਕੀ ਹੁੰਦਾ ਜੀ, ਆਦਤ ਦਾ ਨਿਰਮਾਣ ਹੁੰਦਾ। ਜਿਵੇਂ ਕਿ ਕੁੱਤੇ ਦੇ ਉੱਤੇ ਪ੍ਰਯੋਗ ਕੀਤਾ ਗਿਆ ਤਾਂ ਕੁੱਤੇ ਨੂੰ ਆਦਤ ਪੈ ਗਈ ਸੀ ਵੀ ਘੰਟੀ ਵੱਜੂਗੀ ਭੋਜਨ ਆਊਗਾ, ਤਾਂ ਉਹ ਲਾਰਾਂ ਉਸ ਦੇ ਮੂੰਹ ਵਿੱਚ ਆ ਗਈਆਂ ਸੀ। ਅਤੇ ਸੰਵੇਗਾਂ ਦੇ ਨਾਲ ਸੰਬੰਧਿਤ ਹੈ ਆਪਣੀ, ਠੀਕ ਹੈ ਜੀ, ਅਲੱਗ-ਅਲੱਗ ਸੰਵੇਗਾਂ ਨਾਲ ਸੰਬੰਧਿਤ ਹੈ। ਤਰਕਹੀਨ ਧਾਰਨਾਵਾਂ, ਠੀਕ ਹੈ ਜੀ, ਭਾਸ਼ਾ ਸਿੱਖਣ ਦੇ ਵਿੱਚ ਸਹਾਇਕ ਹੈ ਇਹ। ਇਸ ਤੋਂ ਬਿਨਾਂ ਇਨਾਮ ਅਤੇ ਸਜ਼ਾ, ਠੀਕ ਹੈ ਜੀ, ਇਸ ਨਾਲ ਰਿਲੇਟਡ ਹੈ। ਤਾਂ ਇਹਦੇ ਉੱਤੇ ਕੁਐਸਚਨ ਵੀ ਪਹਿਲਾਂ ਪੁੱਛਿਆ ਜਾ ਚੁੱਕੇ ਹੈ, ਠੀਕ ਹੈ ਜੀ, ਇਨਾਮ ਅਤੇ ਸਜ਼ਾ। ਤਾਂ ਇਸ ਤਰ੍ਹਾਂ ਇਹ ਵੀ ਹੈ ਵੀ ਜਦੋਂ ਉਸ ਨੂੰ ਮਤਲਬ ਕਹਿ ਸਕਦੇ ਘੰਟੀ ਵੱਜੀ ਤਾਂ ਉਹਨੂੰ ਪਤਾ ਲੱਗਿਆ ਵੀ ਮੈਨੂੰ ਇਹ ਚੀਜ਼ ਹੁਣ ਮਿਲੂਗੀ, ਅੰਦਰੋਂ ਖੁਸ਼ੀ ਹੈ ਉਸ 'ਤੇ, ਠੀਕ ਹੈ ਜੀ। ਤਾਂ ਇਹ ਇਸ 'ਤੇ ਕੁਝ ਮੁਲਾਂਕਣ ਦੇ ਅਧੀਨ ਇਸ 'ਤੇ ਲਾਭ ਨਹੀਂ, ਇਹ ਚੀਜ਼ਾਂ ਨੂੰ ਧਿਆਨ ਦੇ ਵਿੱਚ ਜ਼ਰੂਰ ਰੱਖਿਓ। ਇਸ ਤੋਂ ਬਿਨਾਂ ਇਹ ਕੁਐਸਚਨ ਪੁੱਛਿਆ ਜਾ ਚੁੱਕਿਆ ਜੀ PSTET ਦੇ ਵਿੱਚ, ਪੈਵਲੋਵ ਦੇ ਪ੍ਰਯੋਗ ਵਿੱਚ ਪੈਵਲੋਵ ਦੇ ਕੁੱਤੇ ਨੂੰ ਘੰਟੀ ਵਜਾਉਣ ਤੋਂ ਬਾਅਦ ਹੀ ਭੋਜਨ ਦਿੱਤਾ ਗਿਆ, ਨਾ ਕਿ ਕਿਸੇ ਹੋਰ ਆਵਾਜ਼ ਤੋਂ ਬਾਅਦ। ਤਾਂ ਇਹ ਕਿਹਦੇ ਕਾਰਨ ਹੈ, ਇਹ ਵਿਤਕਰੇ ਦੇ ਕਾਰਨ ਹੈ, ਕਿਉਂਕਿ ਉਹ ਵੱਖ ਆਵਾਜ਼ਾਂ ਨੂੰ ਪਹਿਚਾਣ ਪਾ ਰਿਹਾ ਹੈ, ਉਹ ਦੇਖ ਪਾ ਰਿਹਾ ਹੈ ਵੀ ਕੋਈ ਹੋਰ ਆਵਾਜ਼ ਹੈ, ਹੋਰ ਕਾਸੇ ਦੀ ਆਵਾਜ਼ ਹੈ, ਤਾਂ ਉਹ ਹੋਰ ਕਾਸੇ ਦੀ ਆਵਾਜ਼ ਸੁਣ ਕੇ ਉਸ 'ਤੇ ਜਾਂ ਲਾਰਾਂ ਨਹੀਂ ਆਉਣਗੀਆਂ, ਮਤਲਬ ਹੋਰ ਸਟਿਮੂਲਸ ਨਾਲ ਉਹ ਰਿਸਪੌਂਸ ਨਹੀਂ ਕਰੇਗਾ, ਠੀਕ ਹੈ ਜੀ। ਜਿਹੜੀ ਕੰਡੀਸ਼ਨਿੰਗ ਹੋਈ ਹੈ ਤਾਂ ਸਿਰਫ ਉਹ ਕੰਡੀਸ਼ਨਡ ਰਿਸਪੌਂਸ ਦੇ ਨਾਲ ਹੀ ਕੰਡੀਸ਼ਨਡ ਸਟਿਮੂਲਸ ਦੇ ਨਾਲ ਹੀ ਕੰਡੀਸ਼ਨਡ ਰਿਸਪੌਂਸ ਜਿਹੜਾ ਉਹ ਕਰੇਗਾ। ਤਾਂ ਵਿਤਕਰਾ ਦੇ ਵਿੱਚ ਹੈ ਮਤਲਬ ਬਾਕੀ ਆਵਾਜ਼ਾਂ ਨੇ ਜਿਹੜੀਆਂ ਉਹ ਵੱਖ ਨੇ, ਠੀਕ ਹੈ ਜੀ, ਡਿਫਰੈਂਸ਼ੀਏਸ਼ਨ ਜਾਂ ਡਿਸਕ੍ਰਿਮੀਨੇਸ਼ਨ ਦੇ ਕਾਰਨ ਇਹ ਚੀਜ਼ ਹੋਈ ਹੈ। ਸਕਿਨਰ ਦਾ ਸਿਧਾਂਤ ਆ ਗਿਆ ਅੱਗੇ। ਸਕਿਨਰ ਦਾ ਕਾਰਨ ਮੂਲਕ ਅਨੁਕੂਲਨ ਸਿਧਾਂਤ, ਜਾਂ ਇਹਨੂੰ ਅਸੀਂ ਇੰਸਟਰੂਮੈਂਟਲ ਕੰਡੀਸ਼ਨਿੰਗ ਥਿਊਰੀ ਵੀ ਕਹਿ ਦਿੰਦੇ ਹਾਂ, ਓਪਰੈਂਟ ਕੰਡੀਸ਼ਨਿੰਗ ਥਿਊਰੀ ਵੀ ਕਹਿ ਦਿੰਦੇ ਹਾਂ। ਮੋਸਟ ਇੰਪੋਰਟੈਂਟ ਚੀਜ਼ ਹੈ, ਸਮਝਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਤਾਂ ਇਹ ਦਿੱਤੀ ਸੀ BF ਸਕਿਨਰ ਨੇ, ਅਮਰੀਕਨ ਸਾਈਕੋਲੋਜਿਸਟ ਸੀ, ਠੀਕ ਹੈ ਜੀ। ਅਤੇ ਇਹ ਗੱਲ ਕਰਦਾ ਸੀ ਇੱਕ ਰੀਇਨਫੋਰਸਮੈਂਟ ਦੀ, ਇਹ ਵੀ ਆਪਾਂ ਅੱਗੇ ਡਿਸਕਸ ਕਰਾਂਗੇ। ਤਾਂ ਇਸ ਦੀ ਜਿਹੜੀ ਥਿਊਰੀ ਹੈ, ਇਸ ਦਾ ਨਾਂ ਓਪਰੈਂਟ ਕੰਡੀਸ਼ਨਿੰਗ ਥਿਊਰੀ ਵੀ ਹੈ ਜੀ, ਅਤੇ ਇੰਸਟਰੂਮੈਂਟਲ ਕੰਡੀਸ਼ਨਿੰਗ ਥਿਊਰੀ ਵੀ ਹੈ। ਦੋਨੇ ਨਾਮ ਯਾਦ ਇੱਦਾਂ ਹੀ ਰੱਖਣੇ ਨੇ। ਇਹਨੂੰ ਅਸੀਂ ਕਿਰਿਆ ਪ੍ਰਸੂਤ ਅਨੁਬੰਧਨ ਸਿਧਾਂਤ ਵੀ ਕਹਿ ਦਿੰਦੇ ਹਾਂ, ਕਿਰਿਆ ਅਨੁਬੰਧਨ ਦਾ ਸਿਧਾਂਤ ਵੀ ਕਹਿ ਦਿੰਦੇ ਹਾਂ। ਮਤਲਬ ਅਲੱਗ-ਅਲੱਗ ਨਾਮ ਜੇ ਨੇ, ਕਈ ਵਾਰ ਵੀ ਕਨਫਿਊਜ਼ ਕਰਨ ਦੇ ਲਈ ਤੁਹਾਨੂੰ ਅਲੱਗ ਤਰੀਕੇ ਨਾਲ ਨਾਮ ਜਿਹੜਾ ਉਹ ਮੈਂਸ਼ਨ ਕਰ ਦਿੰਦੇ ਨੇ। ਤਾਂ ਇਹ ਚੀਜ਼ ਨੂੰ ਵੀ ਤੁਸੀਂ ਧਿਆਨ ਦੇ ਵਿੱਚ ਜ਼ਰੂਰ ਰੱਖਣਾ ਹੈ। ਤਾਂ ਸਕਿਨਰ ਨੇ ਕੀ ਕੀਤਾ, ਇਸ ਨੇ ਬੰਦ ਕਰ ਲਿਆ ਚੂਹਾ ਪਿੰਜਰੇ ਦੇ ਵਿੱਚ, ਠੀਕ ਹੈ ਜੀ। ਇੱਕ ਪਿੰਜਰਾ ਸੀ, ਉਸ ਦੇ ਵਿੱਚ ਇਹਨੇ ਚੂਹਾ ਬੰਦ ਕਰ ਲਿਆ। ਤਾਂ ਚੂਹਾ ਬੰਦ ਕੀਤਾ, ਇੱਥੇ ਇੱਕ ਰੱਖਦਾ ਗੇਟ, ਠੀਕ ਹੈ, ਸਿੰਪਲ ਜਿਹਾ ਇੱਕ ਗੇਟ ਸੀ। ਤਾਂ ਉਸ ਗੇਟ ਦੇ ਵਿੱਚ ਕੀ ਸੀ, ਜਿਵੇਂ ਉਹਨੇ ਬਿੱਲੀ ਬੰਦ ਕੀਤੀ ਸੀ ਥੋਰਨਡਾਈਕ ਨੇ, ਠੀਕ ਹੈ, ਇਸੇ ਤਰ੍ਹਾਂ ਕੀ ਸੀ, ਇੱਥੇ ਜਿਹੜਾ ਚੂਹਾ ਸੀ ਮੰਨ ਕੇ ਚੱਲੋ, ਇੱਥੇ ਇੱਕ ਲੀਵਰ ਸੀ ਵੀ ਇਹ ਲੀਵਰ ਨੂੰ ਖੋਲ੍ਹੂਗਾ ਤਾਂ ਇਹ ਜਿਹੜਾ ਗੇਟ ਹੈ ਇਹ ਖੁੱਲ੍ਹ ਜੂਗਾ। ਜਦੋਂ ਗੇਟ ਖੋਲ੍ਹੂਗਾ ਤਾਂ ਇਹਦੇ ਸਾਹਮਣੇ ਕੁਛ ਰੱਖ ਦਿੱਤਾ ਗਿਆ ਵੀ ਇਹ ਭੋਜਨ ਜਿਹੜਾ ਇਸ ਨੂੰ ਮਿਲ ਜਾਵੇਗਾ ਚੂਹੇ ਨੂੰ, ਠੀਕ ਹੈ ਜੀ। ਤਾਂ ਹੁਣ ਇੱਥੇ ਸਿੰਪਲ ਗੱਲ ਸਮਝੋ, ਇਹ ਚੂਹਾ ਕੀ ਸੀ, ਚੂਹੇ ਨੇ ਹਾਲੇ ਮਤਲਬ ਕਹਿ ਸਕਦੇ ਜਿਹੜਾ ਭੋਜਨ ਹੈ ਉਹ ਸਟਿਮੂਲਸ ਹੈ,
ठीक है, स्टिमुलस है। ਭੋਜਨ तक हाले उसका कोई मतलब नहीं, सिर्फ वो की कर रहा है, कोशिश कर रहा है, कदे इधर कुद रहा है, इधर कुद रहा है, कुद रहा है, कुदते ये लीवर के उत्ते वजया वो, ठीक है। तो लीवर के कारण गेट खुल गया, तो उसने रिस्पॉन्स किया ਜਦੋਂ ਉਹ ਇੱਧਰ ਉੱਧਰ ਘੇਰਿਆ ਕਰ ਰਿਹਾ ਸੀ, ਮਤਲਬ ਉਹ ਰਿਸਪੌਂਸ ਪਹਿਲਾਂ ਕਰ ਰਿਹਾ ਸੀ, ਤਾਂ ਰਿਸਪੌਂਸ ਕਰਦੇ ਕਰਦੇ ਇਹ ਗੇਟ ਖੁੱਲ੍ਹ ਗਿਆ। ਗੇਟ ਖੁੱਲ੍ਹ ਕੇ ਜਦੋਂ ਬਾਹਰ ਗਿਆ ਤਾਂ ਉਹਨੂੰ ਭੋਜਨ ਮਿਲ ਗਿਆ। ਤਾਂ ਭੋਜਨ ਕੀ ਹੈ? ਸਟਿਮੂਲਸ ਹੈ। ਮਤਲਬ ਕਿ ਪਹਿਲਾਂ ਉਸਨੇ ਰਿਸਪੌਂਸ ਕੀਤਾ, ਫਿਰ ਉਸਨੂੰ ਸਟਿਮੂਲਸ ਮਿਲਿਆ। ਇਹ ਡਿਫਰੈਂਸ ਹੈ ਜੀ ਦੋਨਾਂ ਥਿਊਰੀਆਂ ਦੇ ਵਿੱਚ। ਉਹਦੇ ਵਿੱਚ ਕੀ ਸੀ? ਪਹਿਲਾਂ ਸਟਿਮੂਲਸ ਸੀ, ਫਿਰ ਰਿਸਪੌਂਸ, ਠੀਕ ਹੈ ਜੀ। ਪਹਿਲਾਂ ਭੋਜਨ ਸਾਹਮਣੇ ਪੇਸ਼ ਕੀਤਾ ਗਿਆ ਸੀ, ਫਿਰ ਰਿਸਪੌਂਸ ਕੁੱਤੇ ਨੇ ਕੀਤਾ ਸੀ। बट ये की है, आर पहले है, आर एस, आर का मीनिंग है रिस्पॉन्स टू स्टिमुलस। मतलब पहला चूहा कुद कद के उन्होंने पर लीवर के उत्ते हथ वजया, वह पंजा वजया, लीवर के उत्ते वजया, तो जो गेट से वो खुल गया, तो फिर जो वो बाहर गया उन्होंने स्टिमुलस यानी कि भोजन जो प्राप्त हो गया। तो इस तरीके ये की है, पहला आंदा जी रिस्पॉन्स, ठीक है जी, फिर आंदा इस स्टिमुलस। बस यही थोड़ा जिहा ये डिफरेंस सी, पहला आर फिर एस आएगी, ठीक है जी। कंडीशनिंग दी थ्योरियां ही ने दोनों। तो पहला अणुकिरिया की, अणुकिरिया की, उत्तेजक मिलिया। इत्थे फिर आना शायद ये तेज शब्द कोई गलत है। पहला अणुकिरिया की, फिर उत्तेजक मिलिया, तो फिर उस तो बाद जिहड़ा पुनर्वलन सी, ठीक है, यानी कि रीइनफोर्समेंट है, इस उत्तेजक नूं प्रभावित करेगा। तो देखो सिंपल समझो, पहला रिस्पॉन्स सी, पहला रिस्पॉन्स किया, फिर उसने स्टिमुलस किया। हुण तुसीं सोचो, फॉर एग्जाम्पल चूहा सी बाहर आया, बाहर आने सार उसनूं कुट्टिया मारिया जांदा, तो वह डर जाता, अगले दिन वह बाहर ना आंदा, ठीक है। पर की किया गया, बाहर आया तो उसनूं भोजन मिलिया, भोजन मिलिया। हुण पहले दिन भोजन मिलिया, अगले दिन कुछ नाल होर फैसिलिटी उन्होंने देती, मतलब की करता, उसनूं एक चंगा शाबाश दी गई भी वैरी गुड, तूं तां बाहर आ गया। जिवें बच्चा है, उसने कोई सवाल पुछया क्लास के विच, ਆਪਾਂ ਨੇ ਉਸਨੂੰ ਸ਼ਾਬਾਸ਼ ਦਿੱਤੀ, ਵੈਰੀ ਗੁੱਡ, ਬਹੁਤ ਵਧੀਆ, ਇਸੇ ਤਰ੍ਹਾਂ ਸਵਾਲ ਪੁੱਛਿਆ ਕਰੋ, ਤਾਂ ਉਸਨੂੰ ਰੀਇਨਫੋਰਸਮੈਂਟ ਮਿਲੀ ਵੀ ਅੱਛਾ ਠੀਕ ਹੈ, ਵੀ ਤਾਂ ਵਧੀਆ ਚੀਜ਼ ਹੈ ਸਵਾਲ ਪੁੱਛਣ, ਤਾਂ ਉਹ ਅਗਲੀ ਵਾਰ ਵੀ ਸਵਾਲ ਪੁੱਛੇਗਾ। ਪਰ ਜੇਕਰ ਬੱਚੇ ਨੇ ਸਵਾਲ ਪੁੱਛਿਆ, ਤੁਸੀਂ ਪਹਿਲੇ ਦਿਨ ਉਹਨੂੰ ਝਿੜਕਤਾ ਜਾਂ ਫਿਰ ਕੁੱਟਤਾ, ਠੀਕ ਹੈ, ਜਾਂ ਫਿਰ ਉਹਨੂੰ ਸਜ਼ਾ ਦੇਤੀ ਕੋਈ, ਤਾਂ ਉਹ ਅਗਲੇ ਦਿਨ ਸਵਾਲ ਪੁੱਛੇਗਾ ਹੀ ਨਹੀਂ, ਠੀਕ ਹੈ ਜੀ। पर रिस्पॉन्स पहले दिन उन्हें करता सी, पहले दिन उन्हें हिम्मत कर ली सवाल पुछण दी, तो रिस्पॉन्स करता, अगले दिन उसका जिहड़ा जवाब है वो जवाब उस दे लई स्टिमुलस का काम करेगा। जवाब के नाल उसनूं कोई शाबाशी दी गई, ठीक है, तो वह रीइनफोर्समेंट का काम करेगा। तो यह इस दे विच आ गया जी थोड़ा जिहा रोल रीइनफोर्समेंट का। रीइनफोर्समेंट के बारे एक चीज़ खास चीज़ का ध्यान रखियो, ठीक है जी। इस दे विच कुछ इंपोर्टेंट टर्मां ने, एक तो जी रीइनफोर्समेंट है वो तुहानूं दस ही दित्ती। रीइनफोर्समेंट की है भी जदों रिस्पॉन्स किया गया, स्टिमुलस मिलिया, स्टिमुलस है जिहड़ा वो ज़्यादा मतलब तेज हो जाएगा जेकर पॉजिटिव रीइनफोर्समेंट हुई, जेकर नैगेटिव रीइनफोर्समेंट हुई तो वह स्टिमुलस जिहड़ा वो रिमूव हो जाएगा, हौली हौली खत्म हो जाएगा, ठीक है, डाउन चला जाएगा, खत्म हो जाएगा। तो इस तरह एक रिकवरी की गल आती है। रिकवरी का मतलब यही होंदा है कि हो सकता है पहले दिन चूहा बाहर आवे, उसनूं भोजन मिल जाए, अगले दिन बाहर आवे भोजन मिल जाए, पर हो सकता भी एक दिन उसनूं भोजन ना मिलिया, ठीक है, कोई गल नहीं, अगले दिन वो फिर कोशिश करेगा, बाहर आवेगा, अगले दिन भी ना मिले, उस तो बाद अगले दिन फिर बाहर आएगा, अगले दिन फिर मिल गया, मतलब विच दी कमी हो गई सी, जिहड़े स्टिमुलस सी उसदी कमी हो गई सी, पर वो फिर भी उन्होंने रिकवर कर लूगा, मतलब फिर भी उस तरीके नाल जे नाल जोड़ दूगा भी चलो विच दी मिस हो गया कोई गल नहीं, पर नाल फिर भी उसनूं जोड़ लवेगा, ठीक है जी। तो यह सेम पॉइंट है जी, यह विलोप होने वाला ही है। इस तरीके नाल भी जेकर यह चूहे नूं बाहर आके स्टिमुलस ना मिलिया, ठीक है, तो वह रिस्पॉन्स करना अलोप हो जाऊगा, उसका रिस्पॉन्स, ठीक है, वो रिस्पॉन्स करनों ही हट जाऊगा, बाहर जाके किहड़ा भोजन मिलता है, ठीक है। तो इस तरीके नाल यह विलोप भी हो जाएगा। तो यह पॉइंट भी ध्यान दे के रखियो। ये विचों सवाल बड़ी बार बन चुके हैं जी, डायरैक्ट बनता है, ठीक है, भी जिहड़ा स्किनर है वह किहड़ियां टर्मां की गल करदा है। नंबर एक, वो रीइनफोर्समेंट की गल करदा है, रिकवरी की गल करदा है, एक्सटेंशन की भी गल करदा है, ठीक है जी। इस तो बिना इनसाइट की गल नहीं करता। तो नाल ही जिहड़ी कह सकते आपां अगे क्वेश्चन के ही डिस्कस करांगे तो चलो, ठीक है। एक इत्थे इंपोर्टेंट चीज़ होर की है कि जिहड़ी रीइनफोर्समेंट है इसदियां टाइप्स मोस्ट इंपोर्टेंट चीज़ है जी, टाइप्स दे विचों सवाल बन सकता है, ठीक है। तो यह समझने बड़े जरूरी ने। जिहड़ी पॉजिटिव रीइनफोर्समेंट है यह रिवार्ड है, मतलब कि बच्चा है उसनूं ने एक कोई सवाल का जवाब वधिया तरीके नाल देता, तो आपां उसनूं की करन दे लई, उसनूं पुनर्वलन देण दे लई रीइनफोर्समेंट दे वजों आपां उहनूं इनाम देता, कोई चॉकलेट देती,
ठीक है। तो वो अगली बार भी करूगा, क्योंकि ये की होगी पॉजिटिव की है ਰੀਇਨਫੋਰਸਮੈਂਟ है, जी पॉजिटिव ਰੀਇਨਫੋਰਸਮੈਂਟ है ये स्टिमुलस ਨੂੰ ਪ੍ਰੈਜ਼ੈਂਟ ਕਰੂਗੀ, ਸਟਿਮੂਲਸ ਨੂੰ ਹੋਰ ਵਧਾਊਗੀ। ਅਗਲੀ ਵਾਰ ਬੱਚਾ 2 ਸਵਾਲ ਕਰੂਗਾ, ਇੱਕ ਸਵਾਲ ਕਰਨ ਤੇ ਉਹਨੂੰ ਚਾਕਲੇਟ ਮਿਲੀ ਤਾਂ ਅਗਲੀ ਵਾਰ ਉਹ 2 ਕਰੂਗਾ। ਜਿਹੜੀ ਸਟਿਮੂਲਸ ਹੈ ਇਹ ਕੀ ਹੋ ਰਹੀ ਹੈ ਜੀ, ਇਹਦੇ ਵਿੱਚ ਇਨਕਰੀਜ਼ ਹੋ ਰਹੀ ਹੈ। ਇਹ ਚੀਜ਼ ਦਾ ਤੁਸੀਂ ਧਿਆਨ ਜ਼ਰੂਰ ਰੱਖੋਗੇ। ਪੋਜ਼ਿਟਿਵ ਰੀਇਨਫੋਰਸਮੈਂਟ ਦੇ ਨਾਲ ਸਟਿਮੂਲਸ ਇਨਕਰੀਜ਼ ਹੁੰਦਾ ਹੈ, ਤੇ ਇਸ ਦੇ ਉਲਟ ਮੰਨ ਕੇ ਚੱਲੋ ਬੱਚੇ ਨੇ ਕੋਈ ਵਧੀਆ ਕੰਮ ਕੀਤਾ, ਠੀਕ ਹੈ, ਤੇ ਤੁਸੀਂ ਉਸ ਨੂੰ ਵਧੀਆ ਕੰਮ ਉਹਨੇ ਚੰਗਾ ਕੀਤਾ ਸੀ, ਤੁਸੀਂ ਫਿਰ ਵੀ ਉਹਨੂੰ ਸਜ਼ਾ ਦੇਤੀ ਹੈ ਨਾ, ਫਿਰ ਵੀ ਤੁਸੀਂ ਉਹਨੂੰ ਝਿੜਕਤਾ, ਸਜ਼ਾ ਦੇਤੀ, ਤਾਂ ਇਹ ਇੱਕ ਤਰ੍ਹਾਂ ਪੁਨਿਸ਼ਮੈਂਟ ਹੈ ਜਿਹੜੀ ਇਹ ਨੈਗੇਟਿਵ ਰੀਇਨਫੋਰਸਮੈਂਟ ਹੈ। ਤਾਂ ਇਹਦੇ ਨਾਲ ਜਿਹੜਾ ਸਟਿਮੂਲੈਂਸ ਹੈ ਉਹ ਰਿਮੂਵ ਹੋਊਗਾ, ਅਗਲੀ ਵਾਰ ਉਹ 'ਚ ਉਤੇਜਨਾ ਰਹਿਣੀ ਹੀ ਨਹੀਂ। ਮੰਨ ਕੇ ਚੱਲੋ ਬੱਚੇ ਨੇ ਕੀ ਕੀਤਾ ਸੀ ਵੀ ਸੱਚ ਬੋਲਿਆ ਸੀ ਵੀ ਇਹ ਐਵੇਂ ਹੈ ਜੀ ਚੀਜ਼, ਤੁਸੀਂ ਨੇ ਕਹਿਤਾ ਵੀ ਮੇਰੇ ਤਾਂ ਬੇਇੱਜ਼ਤੀ ਕਰਵਾਤੀ, ਇਹਨੇ ਬੱਚੇ ਨੇ ਸੱਚ ਬੋਲ ਕੇ ਟੀਚਰ ਨੂੰ ਲੱਗਿਆ, ਤਾਂ ਉਹ ਟੀਚਰ ਨੇ ਉਹਨੂੰ ਸਜ਼ਾ ਦੇਤੀ। ਤਾਂ ਜਦੋਂ ਸਜ਼ਾ ਦੇਤੀ ਬੱਚਾ ਅਗਲੀ ਵਾਰ ਕੋਸ਼ਿਸ਼ ਕਰਦਾ ਨਹੀਂ ਸੱਚ ਬੋਲਣ ਦੀ, ਠੀਕ ਹੈ ਜੀ। ਤਾਂ ਇਸ ਤਰੀਕੇ ਨਾਲ ਜਿਹੜੀ ਪਨਿਸ਼ਮੈਂਟ ਹੈ ਇਹ ਨੈਗੇਟਿਵ ਰੀਇਨਫੋਰਸਮੈਂਟ ਹੈ, ਰਿਵਾਰਡ ਹੈ ਜਿਹੜਾ ਇਹ ਪੋਜ਼ਿਟਿਵ ਰੀਇਨਫੋਰਸਮੈਂਟ ਹੋ ਸਕਦੀ ਹੈ, ਠੀਕ ਹੈ ਜੀ। ਸਟਿਮੂਲੈਂਸ ਨੂੰ ਇਫੈਕਟ ਕਰਦੇ ਨੇ, ਸਟਿਮੂਲੈਂਸ ਹੈ ਜਿਹੜਾ ਉਸ ਨੂੰ ਰਿਮੂਵ ਕਰਦੀ ਹੈ। ਨੈਗੇਟਿਵ ਰੀਇਨਫੋਰਸਮੈਂਟ, ਪੋਜ਼ਿਟਿਵ ਰੀਇਨਫੋਰਸਮੈਂਟ ਜਿਹੜੀ ਇਹ ਸਟਿਮੂਲੈਂਸ ਨੂੰ ਪ੍ਰੈਜ਼ੈਂਟ ਕਰਦੀ ਹੈ, ਇਨਕਰੀਜ਼ ਕਰਦੀ ਹੈ, ਠੀਕ ਹੈ ਜੀ। ਨੈਕਸਟ ਆਪਾਂ ਡਿਸਕਸ ਕਰਦੇ ਹਾਂ ਇੱਕ ਇੰਪੋਰਟੈਂਟ ਚੀਜ਼ ਇਹਦੇ ਵਿੱਚ ਕੀ ਹੈ, ਸ਼ਡਿਊਲਸ ਆਫ ਰੀਇਨਫੋਰਸਮੈਂਟ। ਰੀਇਨਫੋਰਸਮੈਂਟ 2 ਤਰੀਕਿਆਂ ਨਾਲ ਹੋ ਸਕਦੀ ਹੈ, ਇੱਕ ਤਾਂ ਹੋ ਸਕਦੀ ਹੈ ਕੰਟੀਨਿਊਅਸ ਰੀਇਨਫੋਰਸਮੈਂਟ। ਕੰਟੀਨਿਊਅਸ ਰੀਇਨਫੋਰਸਮੈਂਟ ਦਾ ਮਤਲਬ ਇਹ ਹੈ ਕਿ ਬੱਚੇ ਨੇ ਇਹਨੂੰ ਤੁਸੀਂ ਨੇ ਮੰਨ ਕੇ ਚੱਲੋ ਬੋਰਡ ਦੇ ਉੱਤੇ 3 ਸਵਾਲ ਦੇਤੇ ਕਰਨ ਦੇ ਲਈ, 3 ਸਵਾਲ ਬੱਚੇ ਨੇ ਪਹਿਲਾ ਸਵਾਲ ਕੀਤਾ, ਤੁਸੀਂ ਨੇ ਕਹਿਤਾ ਵੈਰੀ ਗੁੱਡ, ਸ਼ਾਬਾਸ਼, ਕਲੈਪਿੰਗ ਵੀ ਕਰਾਤੀ ਕਲਾਸ ਦੇ ਵਿੱਚ, ਤਾਂ ਬੱਚਾ ਖੁਸ਼ ਹੋ ਗਿਆ, ਉਸ ਨੂੰ ਕੀ ਮਿਲ ਗਈ, ਰੀਇਨਫੋਰਸਮੈਂਟ ਕੀ ਮਿਲ ਗਈ, ਮਤਲਬ ਕਿ ਉਸ ਨੂੰ ਪੁਨਰਵਲਣ ਮਿਲ ਗਿਆ। ਤੇ ਬੱਚੇ ਨੇ ਦੂਸਰਾ ਸਵਾਲ ਸਹੀ ਕੀਤਾ, ਤੁਸੀਂ ਨੇ ਦੂਸਰੀ ਵਾਰ ਫੇਰ ਤਾੜੀਆਂ ਮਰਵਾਤੀਆਂ ਕਲਾਸ ਦੇ ਵਿੱਚ, ਸ਼ਾਬਾਸ਼, ਵੈਰੀ ਗੁੱਡ ਕਹਿਤਾ, ਤਾਂ ਉਸ ਨੂੰ ਫੇਰ ਰੀਇਨਫੋਰਸਮੈਂਟ ਮਿਲੀ। ਤੀਸਰਾ ਸਵਾਲ ਬੱਚੇ ਨੇ ਫੇਰ ਸਹੀ ਕੀਤਾ, ਤੁਸੀਂ ਨੇ ਫੇਰ ਤਾੜੀਆਂ ਮਰਵਾਤੀਆਂ, ਫੇਰ ਤੁਸੀਂ ਨੇ ਉਹਨੂੰ ਸ਼ਾਬਾਸ਼, ਵੈਰੀ ਗੁੱਡ ਕਹਿਤਾ, ਤਾਂ ਇਹ ਕੀ ਹੈ, ਕੰਟੀਨਿਊਅਸ ਰੀਇਨਫੋਰਸਮੈਂਟ ਹੈ। ਮਤਲਬ ਕਿ ਰੀਇਨਫੋਰਸਮੈਂਟ ਤੁਸੀਂ ਲਗਾਤਾਰ ਦੇ ਰਹੇ ਹੋ, ਦੇਈਏ ਜਾ ਰਹੇ ਹੋ, ਦੇਈਏ ਜਾ ਰਹੇ ਹੋ, ਤਾਂ ਇਹ ਮਤਲਬ ਬਾਹਲੀ ਵਧੀਆ ਨਹੀਂ, ਮਤਲਬ ਕਿ ਦੂਸਰੀ ਬੈਸਟ ਹੈ। ਕਿਉਂਕਿ ਹੁਣ ਬੱਚਾ ਕੀ ਹੋ ਜਾਊਗਾ, ਆਦੀ ਨਹੀਂ ਹੋ ਜਾਊਗਾ ਇਹਦਾ, ਉਹ ਸੋਚੂਗਾ ਹਰੇਕ ਸਵਾਲ ਤੋਂ ਬਾਅਦ ਹੀ ਉਹ ਸੋਚੂਗਾ ਵੀ ਮੈਨੂੰ ਸ਼ਾਬਾਸ਼ ਮਿਲੇ, ਜਦ ਕਿ ਤਾਂ ਪੋਸੀਬਲ ਹੀ ਨਹੀਂ। ਹੁਣ ਅਗਲੇ ਦਿਨ ਲੱਗਦਾ ਟੀਚਰ ਜਿਹੜਾ ਉਹ 50 ਨੰਬਰਾਂ ਦਾ ਟੈਸਟ ਪਾ ਦੇ, ਹੁਣ 50 ਤੋਂ ਬਾਅਦ ਇੱਕੋ ਬੱਚੇ ਨੂੰ ਸ਼ਾਬਾਸ਼ ਦੇ ਹੀ ਗਿਆ, ਇਹ ਐਵੇਂ ਟਾਈਮ ਲੰਘ ਗਿਆ, ਤਾਂ ਇਹ ਚੀਜ਼ ਐਡੀ ਬੈਸਟ ਵੀ ਨਹੀਂ ਹੈਗੀ। ਹਾਂ, ਇਸ ਤੋਂ ਵੀ ਬੈਸਟ ਚੀਜ਼ ਕੀ ਹੋਊਗੀ, ਪਾਰਸ਼ਲ ਰੀਇਨਫੋਰਸਮੈਂਟ। ਪਾਰਸ਼ਲ ਰੀਇਨਫੋਰਸਮੈਂਟ ਦਾ ਮੀਨਿੰਗ ਕੀ ਹੈ ਕਿ ਬੱਚਾ ਆਪਣਾ ਕੰਮ ਕਰ ਰਿਹਾ ਸੀ, ਠੀਕ ਹੈ, ਵਿੱਚ ਤੁਸੀਂ ਨੇ ਵੈਰੀ ਗੁੱਡ, ਸ਼ਾਬਾਸ਼ ਕਹਿ ਕੇ ਕਲੈਪਿੰਗ ਕਰਵਾਤੀ, ਹੁਣ ਬੱਚੇ ਦੇ ਮਨ ਵਿੱਚ ਰਹੂਗਾ ਵੀ ਅੱਛਾ ਹੋ ਸਕਦਾ ਇਹ ਕੰਮ ਤੋਂ ਬਾਅਦ ਵੀ ਮੈਨੂੰ ਰੀਇਨਫੋਰਸਮੈਂਟ ਮਿਲੇ, ਇਹ ਕੰਮ ਤੋਂ ਬਾਅਦ ਵੀ ਟੀਚਰ ਮੈਨੂੰ ਵੈਰੀ ਗੁੱਡ ਆਖੇ, ਤਾਂ ਬੱਚਾ ਵੇਟ ਕਰੂਗਾ, ਵੇਟ ਕਰਨ ਦੇ ਚੱਕਰ ਤੋਂ ਉਹ ਜ਼ਿਆਦਾ ਸਿੱਖੂਗਾ, ਠੀਕ ਹੈ। ਇੱਕ ਗੱਲ ਤਾਂ ਇਹ ਪੋਸੀਬਲ ਹੈ, ਅਤੇ ਇੱਕ ਇਹ ਮੋਸਟ ਇੰਪੋਰਟੈਂਟ ਚੀਜ਼ ਕੀ ਹੈ, ਪਾਰਸ਼ਲ ਰੀਇਨਫੋਰਸਮੈਂਟ ਹੈ, ਕਿਉਂਕਿ ਬੱਚਾ ਹੁਣ ਹਮੇਸ਼ਾ ਹੀ ਉਸ ਨੂੰ ਰਹੂਗਾ ਮਨ 'ਚ ਵੀ ਮੈਨੂੰ ਹੁਣ ਵੀ ਰੀਇਨਫੋਰਸਮੈਂਟ ਮਿਲ ਸਕਦੀ ਹੈ, ਹੁਣ ਵੀ ਸ਼ਾਬਾਸ਼, ਵੈਰੀ ਗੁੱਡ ਕਿਹਾ ਜਾ ਸਕਦਾ ਹੈ। ਜਦ ਕਿ ਉੱਪਰ ਵਾਲੀ ਹੈ ਜਿਹੜੀ ਕੰਟੀਨਿਊਅਸ ਹੈ, ਇਹਦੇ ਨਾਲ ਬੱਚਾ ਕੀ ਹੋ ਜਾਊਗਾ, ਆਦੀ ਹੋ ਜਾਊਗਾ ਰੀਇਨਫੋਰਸਮੈਂਟ ਦਾ। ਜਿਵੇਂ ਉਹ ਕਹਿੰਦੇ ਕਰਦਾ ਹੈ, ਇੱਕ ਵਾਰ ਧੱਕਾ ਸਟਾਰਟ ਕਰਕੇ ਕੋਈ ਸਾਧਨ ਹੈ ਆਪਾਂ ਨੇ ਧੱਕੇ ਨਾਲ ਸਟਾਰਟ ਕਰ ਲਿਆ ਹੈ ਨਾ, ਧੱਕਾ ਲਗਾ ਕੇ ਕੋਈ ਗੱਡੀ ਸਟਾਰਟ ਕਰਤੀ, ਹੁਣ ਜੇ ਆਪਾਂ ਕਹੀਏ ਵੀ ਹਰ ਵਾਰ ਆਪਾਂ ਧੱਕਾ ਲਗਾ ਗੱਡੀ ਨੂੰ ਸਟਾਰਟ ਕਰੀ ਜਾਵਾਂਗੇ ਤਾਂ ਪੋਸੀਬਲ ਹੀ ਨਹੀਂ। ਹਾਂ, ਇੱਕ ਅੱਧੀ ਵਾਰ ਜ਼ਰੂਰੀ ਹੈ, ਕਈ ਵਾਰ ਵੀ ਐਮਰਜੈਂਸੀ ਧੱਕਾ ਲਗਾ ਗੱਡੀ ਸਟਾਰਟ ਕਰਨੀ ਪੈ ਜੇ, ਉਹ ਗੱਲ ਬੈਸਟ ਹੈ, ਠੀਕ ਹੈ। ਤਾਂ ਇਸ ਤਰੀਕੇ ਨਾਲ ਬੱਚੇ ਨੂੰ ਆਪਾਂ ਨੇ ਧੱਕਾ ਸਟਾਰਟ ਗੱਡੀ ਨਹੀਂ ਬਣਾਉਣਾ। ਹਾਂ, ਇਹ ਜ਼ਰੂਰ ਹੈ ਵੀ ਕਦੇ ਕਦੇ ਆਪਾਂ ਨੂੰ ਧੱਕਾ ਲਗਾਉਣਾ ਪੈ ਜੇ, ਹੈ ਨਾ, ਬੱਚਿਆਂ ਦੇ ਲਈ ਉਸ ਨੂੰ ਕੀ ਕਰਨ ਦੇ ਲਈ, ਮਤਲਬ ਕੁਝ ਚੰਗਾ ਸਿਖਾਉਣ ਦੇ ਲਈ ਉਸ ਨੂੰ ਰੀਇਨਫੋਰਸਮੈਂਟ ਦੇਣੀ ਬੈਸਟ ਚੀਜ਼ ਹੈ। ਰੀਇਨਫੋਰਸਮੈਂਟ ਬੈਸਟ ਹੈ, ਪਰ ਕੰਟੀਨਿਊਅਸ ਰੀਇਨਫੋਰਸਮੈਂਟ ਦੀ ਬਜਾਏ ਪਾਰਸ਼ਲ ਰੀਇਨਫੋਰਸਮੈਂਟ ਜਿਹੜੀ ਇਹ ਜ਼ਿਆਦਾ ਬੈਸਟ ਹੈ। ਹੁਣ ਕੁਝ ਕੁਐਸਚਨ ਦੇਖੋ ਜੀ, ਇਹ ਕੁਐਸਚਨ ਪੁੱਛਿਆ ਗਿਆ ਸੀ ਪਹਿਲਾਂ ਪੇਪਰ ਦੇ ਵਿੱਚ, ਹੇਠ ਲਿਖਿਆਂ ਵਿੱਚੋਂ ਕਿਹੜੀ ਟਰਮ ਹੈ ਜਿਹੜੀ ਉਹ ਅਪਰੈਂਟ ਕੰਡੀਸ਼ਨਿੰਗ ਥਿਊਰੀ ਦੇ ਨਾਲ ਸੰਬੰਧਿਤ ਨਹੀਂ ਹੈ। ਤਾਂ ਦੇਖੋ ਜੀ, ਰੀਇਨਫੋਰਸਮੈਂਟ ਹੈਗੀ ਆਪਾਂ ਡਿਸਕਸ ਕਰ ਚੁੱਕੇ ਹਾਂ, ਠੀਕ ਹੈ ਜੀ, ਰਿਕਵਰੀ ਵੀ ਡਿਸਕਸ ਕਰ ਚੁੱਕੇ ਹਾਂ, ਐਕਸਟੈਂਸ਼ਨ ਹੈ ਜਿਹੜੀ ਇਹ ਵੀ ਆਪਾਂ ਡਿਸਕਸ ਕਰ ਚੁੱਕੇ ਹਾਂ। ਸਿਰਫ ਆਪਾਂ ਨੇ ਡਿਸਕਸ ਕਿਹੜੀ ਨਹੀਂ ਕੀਤੀ, ਇਹਦੇ ਵਿੱਚੋਂ ਇਨਸਾਈਟ ਵਾਲੀ ਜਿਹੜੀ ਇਹ ਡਿਸਕਸ ਨਹੀਂ ਕੀਤੀ, ਤਾਂ ਇਹ ਹੀ ਆਪਣਾ ਰਾਈਟ ਆਨਸਰ ਹੋ ਜਾਏ, ਕਿਉਂਕਿ ਇਹਨਾਂ ਨੇ ਨਹੀਂ ਕਿਹਾ ਸੀ ਕਿ ਓਪਰੈਂਟ ਕੰਡੀਸ਼ਨਿੰਗ ਨਾਲ ਰਿਲੇਟਡ ਕਿਹੜੀ ਨਹੀਂ ਹੈਗੀ। HTET ਦੇ ਵਿੱਚ ਇਹ ਸਵਾਲ ਪੁੱਛਿਆ ਜਾ ਚੁੱਕਿਆ ਜੀ, ਅਤੇ HTET ਵਾਲਿਆਂ ਦਾ ਇਹ ਫੇਵਰੇਟ ਹੈ, ਕਿਉਂਕਿ ਅਗਲਾ ਸਵਾਲ ਹੈ ਜਿਹੜਾ ਇਹ ਵੀ ਸੇਮ ਟੂ ਸੇਮ ਇਹਦੇ ਨਾਲ ਦਾ ਹੀ ਹੈ, ਬਸ ਥੋੜ੍ਹੀ ਜਿਹੀ ਵਰਡਿੰਗ ਚੇਂਜ ਹੈ। ਤਾਂ ਦੇਖੋ, ਹੇਠ ਲਿਖਿਆਂ ਵਿੱਚੋਂ ਕਿਹੜਾ ਤੱਤ, ਇੱਥੇ ਇਹਨਾਂ ਲਿਖਤਾ ਸੀ ਐਲੀਮੈਂਟ ਯਾਨੀ ਕਿ ਤੱਤ, ਸਕਿਨਰ ਦੀ ਓਪਰੈਂਟ ਕੰਡੀਸ਼ਨਿੰਗ ਥਿਊਰੀ ਨਾਲ ਸੰਬੰਧਿਤ ਨਹੀਂ ਹੈ। ਆਪਸ਼ਨਾਂ ਸੇਮ, ਇਹ ਆਪਾਂ ਪੜ੍ਹ ਚੁੱਕੇ ਹਾਂ, ਰਿਕਵਰੀ ਪੜ੍ਹ ਚੁੱਕੇ ਹਾਂ, ਐਕਸਟੈਂਸ਼ਨ ਪੜ੍ਹ ਚੁੱਕੇ ਹਾਂ, ਸਿਰਫ ਆਪਾਂ ਡਿਸਕ੍ਰਿਮੀਨੇਸ਼ਨ ਨਹੀਂ ਪੜ੍ਹਿਆ। ਡਿਸਕ੍ਰਿਮੀਨੇਸ਼ਨ ਕਿਹੜੇ 'ਚ ਹੈ, ਇਹ
ਪੈਵਲੋਵ ਵਾਲੇ ਦੇ ਵਿੱਚ ਹੈ। ਪੈਵਲੋਵ ਵਾਲੇ ਦਾ ਇਹ ਇੱਕ ਇੰਪੋਰਟੈਂਟ ਫੈਕਟਰ ਹੈ। ਤਾਂ ਇਹਦੇ ਵਿੱਚ ਆਪਣਾ ਜੋ ਰਾਈਟ ਆਨਸਰ ਹੈ ਇਹ ਹੋਏਗਾ ਜੀ ਆਪਸ਼ਨ ਸੈਕਿੰਡ। ਡਿਸਕ੍ਰਿਮੀਨੇਸ਼ਨ ਹੈ ਜਿਹੜਾ ਉਹ ਅਪਰੈਂਟ ਕੰਡੀਸ਼ਨਿੰਗ ਦੇ ਨਾਲ ਸੰਬੰਧਿਤ ਨਹੀਂ ਹੈ। ਤਾਂ ਇਸ ਤਰੀਕੇ ਨਾਲ ਇਹ ਇਹਨਾਂ ਦਾ ਫੇਵਰੇਟ ਕੁਐਸਚਨ ਹੈ ਐਚ ਟੈਟ ਵਾਲਿਆਂ ਦਾ। ਤਾਂ ਪੰਜਾਬ ਟੈਟ ਦੇ ਵਿੱਚ ਵੀ ਇਹ ਪੁੱਛਿਆ ਜਾਵੇਗਾ ਕਿਉਂਕਿ ਇੰਪੋਰਟੈਂਟ ਚੀਜ਼ ਹੈ, ਠੀਕ ਹੈ। ਥੋੜ੍ਹਾ ਜਿਹਾ ਮੋਡੀਫਾਈ ਕਰਕੇ ਇੱਧਰ ਉੱਧਰ ਕੁਐਸਚਨ ਜਿਹੜੇ ਉਹ ਆਉਂਦੇ ਨੇ। ਨੈਕਸਟ ਕੁਐਸਚਨ ਹੈ ਜੀ ਵਿਚ ਆਫ ਫੋਲੋਇੰਗ ਥਿਊਰੀ ਇਜ਼ ਰਿਲੇਟਡ ਟੂ ਲਰਨਿੰਗ ਬਾਏ ਕੌਨਸੀਕੁਐਂਸਸ, ਮਤਲਬ ਕਿ ਨਤੀਜੇ ਵਜੋਂ ਸਿੱਖ ਰਿਹਾ ਹੈ। ਕੋਈ ਬੱਚਾ ਹੈ, ਕੋਈ ਵੀ ਹੈ, ਤਾਂ ਉਹ ਜਦੋਂ ਨਤੀਜੇ ਵਜੋਂ ਸਿੱਖ ਰਿਹਾ ਵੀ ਉਹਨੇ ਪਹਿਲਾਂ ਕੋਈ ਕੰਮ ਕਰਤਾ ਤੇ ਸਿੱਟੇ ਵਜੋਂ ਉਸ ਦੀ ਲਰਨਿੰਗ ਹੋ ਗਈ, ਨਤੀਜੇ ਵਜੋਂ ਉਹ ਸਿੱਖ ਗਿਆ। ਤਾਂ ਸਿੰਪਲ ਜੀ ਗੱਲ ਇਹ ਅਪਰੈਂਟ ਕੰਡੀਸ਼ਨਿੰਗ ਦੇ 'ਚ ਇਹੀ ਤਾਂ ਹੈ। ਜਿਹੜਾ ਚੂਹਾ ਸੀ ਉਸਨੇ ਪਹਿਲਾਂ ਮਤਲਬ ਕੁਛ ਕਰਤਾ ਸੀ, ਉਹ ਜਿਹੜਾ ਮਤਲਬ ਲੀਵਰ ਦੇ ਉੱਤੇ ਵੱਜਿਆ ਤਾਂ ਉੱਥੇ ਉਹ ਲੀਵਰ ਖੁੱਲ੍ਹ ਗਿਆ, ਗੇਟ ਖੁੱਲ੍ਹ ਗਿਆ, ਬਾਹਰ ਆ ਕੇ ਉਹਨੂੰ ਸਟਿਮੂਲਸ ਮਿਲ ਗਿਆ। ਤਾਂ ਇਹ ਕੀ ਸੀ, ਪਹਿਲਾਂ ਉਸਨੇ ਕੁਛ ਕੀਤਾ, ਨਤੀਜੇ ਵਜੋਂ ਉਸਨੂੰ ਭੋਜਨ ਮਿਲਿਆ। ਤਾਂ ਇਸੇ ਤਰ੍ਹਾਂ ਕੀ ਹੈ ਅਪਰੈਂਟ ਕੰਡੀਸ਼ਨਿੰਗ ਹੈ ਜਿਹੜੀ ਇਹ ਇਸ ਦੇ ਨਾਲ ਹੀ ਰਿਲੇਟਡ ਹੈ ਕਿ ਕੁਝ ਕੀਤਾ ਉਸ ਦੇ ਨਤੀਜੇ ਵਜੋਂ ਲਰਨਿੰਗ ਹੋਈ ਹੈ। ਇਸ ਤੋਂ ਬਾਅਦ ਨੈਕਸਟ ਕੁਐਸਚਨ ਹੈ ਜੀ ਲਾਸਟ ਕੁਐਸਚਨ। ਇਸ ਦਾ ਜੋ ਰਾਈਟ ਆਨਸਰ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖੋਗੇ। ਕੀ ਹੈ ਜੀ, ਕਹਿੰਦੇ ਕਲਾਸੀਕਲ ਕੰਡੀਸ਼ਨਿੰਗ ਥਿਊਰੀ ਜਿਹੜੀ ਆਫ ਲਰਨਿੰਗ ਇਹ ਕਿਸ ਦੁਆਰਾ ਦਿੱਤੀ ਗਈ ਹੈ, ਠੀਕ ਹੈ। ਪ੍ਰੋਪਾਊਂਡਡ ਬਾਈ ਸਕਿਨਰ, ਪੈਵਲੋਵ, ਥੋਰਨਡਾਈਕ ਜਾਂ ਕੋਲਬਰਗ। 4 ਆਪਸ਼ਨ ਦਿੱਤੀਆਂ ਗਈਆਂ ਨੇ, ਇਹਨਾਂ 'ਚ ਜੋ ਵੀ ਰਾਈਟ ਆਨਸਰ ਬਣਦਾ ਹੈ, ਠੀਕ ਹੈ, ਉਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖੋਗੇ। ਇਹ ਆਪਸ਼ਨ ਏ ਹੈ, ਇਹ ਆਪਸ਼ਨ ਬੀ ਹੈ, ਇਹ ਆਪਸ਼ਨ ਸੀ, ਇਹ ਆਪਸ਼ਨ ਡੀ। ਇਹਨਾਂ ਚਾਰਾਂ ਦੇ ਵਿੱਚੋਂ ਜਿਹੜੀ ਆਪਸ਼ਨ ਰਾਈਟ ਤੁਹਾਨੂੰ ਲੱਗਦੀ ਹੈ ਉਹ ਕਮੈਂਟ ਬਾਕਸ ਦੇ ਵਿੱਚ ਹੁਣੇ ਲਿਖ ਦਿਓ। ਅਤੇ ਇਹ ਕਲਾਸ ਕਿਸ ਤਰ੍ਹਾਂ ਦੀ ਲੱਗੀ ਇੱਕ ਵਾਰ ਕਮੈਂਟ ਕਰਕੇ ਜ਼ਰੂਰ ਦੱਸਿਓ। ਥੈਂਕ ਯੂ ਸੋ ਮੱਚ।